ਅੱਜ ਜੇ ਬਾਦਲ ਦਲ ਵੀ ਕਹਿੰਦਾ ਚੰਡੀਗੜ੍ਹ ਦੀ ਗੱਲ ਕਰਦਾ ਹੈ, ਨया ਚੰਡੀਗੜ੍ਹ ਕਿਹਨੇ ਬਣਾਇਆ? ਜੇ ਤੁਸੀਂ ਨया ਚੰਡੀਗੜ੍ਹ ਬਣਾਇਆ ਹੈ ਤਾਂ ਮਤਲਬ ਤੁਹਾਡਾ ਪੁਰਾਣਾ ਚੰਡੀਗੜ੍ਹ ਤੁਸੀਂ ਛੱਡਤਾ। ਚੰਡੀਗੜ੍ਹ ਤੇ ਚੰਡੀਗੜ੍ਹ ਹੈ, ਨਿਊ ਚੰਡੀਗੜ੍ਹ ਕਿਹੜਾ ਹੁੰਦਾ ਹੈ? ਇਹ ਕਾਰਬੂਜ਼ੇਰ ਆ ਗਿਆ ਕੋਈ। ਇਹ ਬੀਜੇਪੀ ਨੂੰ ਸੂਟ ਕਰਦਾ ਹੈ ਕਿਉਂਕਿ ਜੇ ਚੰਡੀਗੜ੍ਹ ਉੱਪਰ ਆਏਗਾ ਗੱਲ ਲੌਂਗੋਵਾਲ ਅਕੋਰਡ ਦੀ ਹੋਏਗੀ। ਰਾਸ਼ਟਰਪਤੀ ਭਵਨ ਸੀ ਉਦੋਂ, ਉਹਦੇ ਤੋਂ ਕਿਉਂ ਭੱਜਿਆ ਰਾਜੀਵ ਗਾਂਧੀ? ਅੰਨੀ ਜੀ ਨਾਲ ਲੜ ਕੇ ਇਹ ਕਹਾਇਆ ਗਿਆ ਉਹਨਾਂ ਦੀ 26 ਜਨਵਰੀ ਦੀ ਸਪੀਚ ਕੀ ਬਰਨਾਲਾ ਬਹੁਤ ਚੰਗਾ ਕੰਮ ਕਰ ਰਹੇ ਹੈ। ਗਿਆਨੀ ਜੀ ਕਹਿੰਦੇ ਮੈਂ ਇਹ ਨਹੀਂ ਕਹਿਣਾ ਕਿਉਂਕਿ ਇਹ ਮੈਨੂੰ ਮਿਲ ਹੀ ਨਹੀਂ ਆਇਆ ਚੀਫ ਮਿਨਿਸਟਰ ਬਣ ਕੇ। ਇੱਕ ਜਿਵੇਂ ਉਹ ਪੁਰਾਣੇ ਘੰਟੇ ਹੁੰਦੇ ਸੀ ਨਾ, ਉਹਦੇ ਪੈਂਡੂਲਮ ਘੁੰਮਦਾ ਹੈ, ਉਹ ਇਧਰੋਂ ਘੁੰਮ ਕੇ ਮਹਾਰਾਜਿਆਂ ਤੋਂ ਘੁੰਮ ਕੇ ਚਲਾ ਗਿਆ ਉਹ ਆਮ ਆਦਮੀ ਕੋਲ। ਹੁਣ ਉਹ ਆਉਣਾ ਹੈ ਕਿਤੇ ਅੱਧ ਵਿਚਾਲੇ ਜਿੱਥੇ ਪੰਜਾਬ ਹੈ, ਉਹ ਅਗਲੀ ਵਾਰ ਆਏਗਾ। ਤੇ ਅਮਰੀਕਾ ਦੇ ਵਿੱਚ ਹਰੇਕ ਇਲੈਕਸ਼ਨ ਦੇ ਵਿੱਚ ਲੋਕ ਇਹ ਚਾਹੁੰਦੇ ਆ ਕਿ ਜਿਹੜਾ ਪਹਿਲਾ ਰਾਸ਼ਟਰਪਤੀ ਸੀ ਉਦੋਂ ਉਲਟ ਰਾਸ਼ਟਰਪਤੀ ਲੈਣਾ। ਜੇ ਨਿਕਸਨ ਆਇਆ ਤਾਂ ਫਿਰ ਤੁਸੀਂ ਇੱਕ ਫਾਰਮਰ ਕਾਰਟਰ ਕੱਢ ਲਿਆਂਦਾ ਜਾਰਜੀਆ ਚੋਂ, ਉਹਦੇ ਨਾਲ ਗੁੱਸੇ ਹੋ ਗਏ ਤਾਂ ਇੱਕ ਫਿਲਮ ਐਕਟਰ ਕੱਢ ਲਿਆਂਦਾ ਰੇਗਨ ਕੈਲੀਫੋਰਨੀਆ ਚੋਂ। ਐਵੇਂ ਬੁਸ਼ ਜਦ ਸੈਕੰਡ ਜਨਰੇਸ਼ਨ ਪੋਲਿਟਿਕਸ ਦੇ ਵਿੱਚ ਉਹਨਾਂ ਨਾਲ ਗੁੱਸੇ ਹੋਏ ਤਾਂ ਓਬਾਮਾ ਇੱਕ ਬਲੈਕ ਅਫਰੀਕਨ ਨੂੰ ਬਣਾ ਦਿੱਤਾ। ਉਹਦੇ ਤੋਂ ਨਾਰਾਜ਼ ਹੋ ਕੇ ਟਰੰਪ ਨੂੰ ਕੱਢ ਲਿਆ। ਦੱਸੋ, ਪ੍ਰਾਪਰਟੀ ਡੀਲਰ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਭਾਰਤ ਦੇ ਸਾਬਕਾ ਸਫੀਰ ਸਰਦਾਰ ਕੇਸੀ ਸਿੰਘ। ਸਰਦਾਰ ਸਾਹਿਬ ਜਿਉਂ ਆਇਆ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਤੇ ਤੁਹਾਡੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਜਦੋਂ ਕੋਈ ਮੁਸ਼ਕਲ ਫਸ ਜਾਂਦੀ ਹੈ ਨਾ, ਕੋਈ ਔਖਾ ਸਵਾਲ ਪੈਂਦਾ, ਅਸੀਂ ਤੁਹਾਨੂੰ ਆਵਾਜ਼ ਮਾਰਦੇ ਹੁੰਨੇ ਆ। ਪੰਜਾਬ ਦੀ ਰਾਜਨੀਤੀ ਅਸਲੋਂ ਬਦਲ ਗਈ। ਰਵਾਇਤੀ ਲੋਕ ਤਾਂ ਪਾਰ ਰਹਿ ਗਏ, ਲੇਕਿਨ ਜਿਹੜੇ ਹੁਣ ਆਏ ਆ ਇਹਨਾਂ ਦਾ ਟਕਰਾਅ ਕੇਂਦਰ ਨਾਲ ਅਜੀਬ ਕਿਸਮ ਦਾ ਹੈ। ਮੈਨੂੰ ਇੰਝ ਲੱਗਦਾ ਜਿਵੇਂ ਸਿਖਰਲੀ ਸੱਤਾ ਦੀ ਲੜਾਈ ਪੰਜਾਬ 'ਚੋਂ ਲੜੀ ਜਾ ਰਹੀ ਹੈ। ਔਰ ਸਾਡੇ ਸੁਭਾਅ ਵੀ ਇਹੋ ਜਿਹਾ ਵੀ ਜਦੋਂ ਇੱਕ ਪ੍ਰਾਪਤੀ ਹੋ ਜਾਂਦੀ ਫਿਰ ਆਪਾਂ ਉਹਨੂੰ ਨਗੂਣੀ ਮੰਨ ਲੈਂਦੇ, ਅਗਲੀ ਵੱਲ ਤੁਰ ਪੈਂਦੇ। ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਹੁਣ ਹਰਿਆਣੇ ਨੂੰ ਜਿੱਤਣ ਤੁਰਨਗੇ ਤੇ ਇਸ ਗੱਲ ਦਾ ਅੰਦਾਜ਼ਾ ਬੀਜੇਪੀ ਨੂੰ ਭਲੀ ਭਾਂਤ ਹੈ। ਸੋ ਉਹਨਾਂ ਨੇ ਇਹਨਾਂ ਨੂੰ ਪ੍ਰੀਖਿਆ 'ਚ ਪਾਤਾ, ਪੰਜਾਬ 'ਚ ਮੁਸ਼ਕਲਾਂ ਦੇ ਕੇ। ਚੰਡੀਗੜ੍ਹ ਸਮੇਤ ਕਾਫੀ ਸਾਰੇ ਮਾਮਲੇ ਐਸੇ ਨੇ ਜਿਨ੍ਹਾਂ ਨੂੰ ਪਾਸੇ ਕਰਕੇ ਗਾਂ ਤੁਰਿਆ ਨਹੀਂ ਜਾਣਾ। ਤੁਸੀਂ ਕੇਂਦਰੀ ਸੱਤਾ 'ਚ ਬੈਠੇ ਰਹੇ ਹੋ, ਇਹ ਹਾਕਮ ਕਿਵੇਂ ਚੱਲਦੇ ਆ? ਇਹ ਪ੍ਰੀਖਿਆਵਾਂ ਸੌਖੀਆਂ ਨਿਕਲ ਜਾਣਗੀਆਂ? ਖੇਤਰੀ ਪਾਰਟੀ ਟੇਢੀ ਮੇਢੀ ਹੋਈ ਫਿਰਦੀ ਪੰਜਾਬ ਦੀ ਅਕਾਲੀ ਦਲ ਵਾਲੇ। ਅੱਜ ਹਰਸਿਮਰਤ ਸੰਸਦ ਵਿੱਚ ਬੋਲੇ ਖੁੱਲ ਕੇ ਸਾਡਾ ਪੰਜਾਬ ਪੁਨਰਗਠਨ ਐਕਟ 10-12 ਸਾਲ ਇਹ ਯਾਦ ਘੱਟ ਆਏ। ਸੋ ਸਵਾਲ ਇਸ ਤੋਂ ਵੀ ਵੱਡੇ ਨੇ ਕਿ ਆਉਂਦੇ ਦਿਨਾਂ 'ਚ ਅਸੀਂ ਪੰਜਾਬ ਦੀ ਰਾਜਨੀਤੀ ਕਿਵੇਂ ਦੀ ਵੇਖਾਂਗੇ? ਦੂਰੋਂ ਬਹਿ ਕੇ ਕਿਸ ਐਨਕ ਨਾਲ ਵੇਖਦੇ ਹੋ, ਕਿਸ ਤਰ੍ਹਾਂ ਦਾ ਮਾਹੌਲ ਤੇ ਦ੍ਰਿਸ਼ ਰਹਿਣ ਵਾਲਾ ਹੈ? ਬਿਲਕੁਲ ਠੀਕ ਹੈ ਇਹ ਗੱਲ ਜਿਹੜੀ ਨੇਰੀ ਪੰਜਾਬ 'ਚ ਆਈ ਹੈ। ਦੇਖੋ, ਇਹਦਾ ਅਸਰ ਇੱਕਦਮ ਹੋਇਆ ਦਿੱਲੀ 'ਚ। ਹੁਣ ਤਾਂ ਹੀ ਭਾਜਪਾ ਇਹ ਸੋਚ ਰਹੀ ਸੀ ਕਿ ਆਪ ਜਿਹੜਾ ਹੈ ਉਹ ਸਿਰਫ ਕਾਂਗਰਸ ਨੂੰ ਕਮਜ਼ੋਰ ਕਰ ਰਿਹਾ ਹੈ। ਸੋ ਜਿੱਥੇ ਜਿਵੇਂ ਗੋਆ ਦੇ ਵਿੱਚ ਹੋਇਆ, ਕਾਂਗਰਸ ਦੀਆਂ ਵੋਟਾਂ ਤੋੜ ਕੇ ਭਾਜਪਾ ਦੁਬਾਰਾ ਜਿੱਤ ਜੇਗੀ। ਉੱਤਰਾਖੰਡ 'ਚ ਹੋਇਆ, ਇਹੀ ਚੀਜ਼ ਇਹਨਾਂ ਨੂੰ ਇਹ ਸੀ ਕਿ ਜਿਸ ਹੱਦ ਤਾਈਂ ਇਹ ਕਾਂਗਰਸ ਦੀਆਂ ਜੜ੍ਹਾਂ ਪੱਟ ਰਹੇ ਨੇ ਤਾਂ ਬੀਜੇਪੀ ਦਾ ਫਾਇਦਾ ਸੀ। ਹੁਣ ਪੰਜਾਬ ਦੇ ਬਾਅਦ ਉਹਨਾਂ ਨੇ ਦੇਖਿਆ ਕਿ ਇਹ ਜ਼ਿਆਦਾ ਗਰਮੀ 'ਚ ਆ ਗਏ ਨੇ। ਜਿਵੇਂ ਅਸੀਂ ਦਿੱਲੀ ਦੀ ਵਿਧਾਨ ਸਭਾ ਦੀ ਸਪੀਚ ਦੇ ਵਿੱਚ ਕੇਜਰੀਵਾਲ ਪਹਿਲੀ ਵਾਰੀ ਸਿੱਧੇ ਬੀਜੇਪੀ ਨੂੰ ਪਏ ਨੇ। ਕਸ਼ਮੀਰ ਫਾਈਲ ਜਿਹੜੀ ਪਿਕਚਰ ਬਣੀ ਹੈ ਉਸ ਤੇ। ਸੋ ਉਸ ਤੋਂ ਜ਼ਾਹਿਰ ਹੋ ਗਿਆ ਕਿ ਇਹ ਕੇਜਰੀਵਾਲ ਹੁਣ ਸੁਪਨਾ ਅੱਗੇ ਦਾ ਦੇਖ ਰਿਹਾ। ਤੁਹਾਨੂੰ ਯਾਦ ਹੋਣਾ ਜਦ ਮੈਂ ਤੁਹਾਡੇ ਪ੍ਰੋਗਰਾਮ ਤੇ ਆਂਦਾ ਰਿਹਾ, ਮੈਂ ਉਦੋਂ ਵੀ ਇਹ ਚੇਤਾਵਨੀ ਦਿੰਦਾ ਸੀ ਕਿ ਸਾਨੂੰ ਪੰਜਾਬੀਆਂ ਨੂੰ ਇੱਕ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਉਹ ਉਸ ਜਗ੍ਹਾ ਨਹੀਂ ਰਿਹਾ। ਲੇਕਿਨ ਅਸੀਂ ਕਿਸੇ ਵੀ ਦਿੱਲੀ ਦੀ ਪਾਰਟੀ ਨਾਲ ਜੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਵਾਂਗੇ, ਉਹ ਪੰਜਾਬ ਨੂੰ ਸੀੜੀ ਬਣਾਉਣਗੀਆਂ ਉੱਤੇ ਹੋਰ ਚੜਨ ਦੀ। ਔਰ ਉਹ ਮੈਂ ਇਹ ਨਹੀਂ ਸੀ ਸਮਝਿਆ ਇੰਨੀ ਜਲਦੀ ਹੋ ਜਾਏਗਾ। ਦੇਖੋ, ਇਸ ਕਰਕੇ ਹੁਣ ਇਹ ਬੀਜੇਪੀ ਵੀ ਜਾਣਦੀ ਹੈ। ਹੁਣ ਉਹੀ ਖੇਲ ਖੇਲ ਰਹੀ ਹੈ ਜਿਹੜੀ ਖੇਲ ਕਾਂਗਰਸ ਖੇਲਦੀ ਸੀ। ਜੇ ਤੁਸੀਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਵਿੱਚ ਇਲੈਕਸ਼ਨਾਂ ਲੜਨੀ ਹੈ, ਫਿਰ ਉਹਨਾਂ ਮੁੱਦਿਆਂ ਤੇ ਜਦ ਪੰਜਾਬ 'ਚ ਤੁਹਾਡੇ ਹੱਥ ਨਹੀਂ ਆਈ ਰਾਜਨੀਤੀ, ਫਿਰ ਦੂਜੀ ਜਗ੍ਹਾ ਤੁਸੀਂ ਗਵਾਉਣਾ ਨਹੀਂ ਚਾਹੁੰਦੇ। ਤੁਸੀਂ ਭੜਕਾਊ ਮੁੱਦੇ ਚੱਕੋਗੇ, ਤੁਸੀਂ ਚੰਡੀਗੜ੍ਹ ਚੱਕੋਗੇ, ਤੁਸੀਂ ਪਾਣੀਆਂ ਦਾ ਮੁੱਦਾ ਚੱਕੋਗੇ, BMB ਚੱਕੋਗੇ, ਤੁਸੀਂ ਇਹਦੇ ਵਿੱਚ ਹੋਰ ਮੁੱਦੇ ਲਿਆਓਗੇ। ਦਿੱਲੀ ਵਿੱਚ ਇਹੋ ਜਿਹੇ ਬੰਦਿਆਂ ਨੂੰ ਮਿਲੋਗੇ, ਤੁਸੀਂ ਕਹਿੰਦੇ ਹੋ ਜੀ ਸਿੱਖ ਇੰਟੈਲੈਕਚੁਅਲਸ ਨੇ, ਉਹ ਸੁਭਾਅ ਦੇਣਗੇ ਜੀ ਇੱਕ ਯੂਨੀਵਰਸਿਟੀ ਬਣਾ ਦਿਓ। ਲੇਕਿਨ ਉਹ ਪੋਲੀਟੀਕਲ ਮੁੱਦੇ ਦੀ ਗੱਲ ਨਹੀਂ ਕਰਨਗੇ। ਉਹ ਇਹ ਨਹੀਂ ਕਰਨਗੇ ਕਿ ਜਿਹੜਾ ਫੈਸਲਾ ਪ੍ਰਧਾਨ ਮੰਤਰੀ ਜੀ ਨੇ ਜਦ ਕਿਸਾਨਾਂ ਨਾਲ ਕੀਤਾ ਜੀ, ਕੇਸ ਵਾਪਸ ਲਏ ਜਾਣਗੇ। ਹੁਣ ਤਾਂ ਹੀ ਨਹੀਂ ਗਏ, ਲੋਕਾਂ ਨੂੰ ਹੁਣ ਤਾਂ ਹੀ ਨੋਟਿਸ ਆ ਰਹੇ ਨੇ। MSP ਤੇ ਕਮੇਟੀ ਬਣੇਗੀ, ਕੋਈ ਕਮੇਟੀ ਨਹੀਂ ਬਣੀ। ਤੋ ਇਸ ਕਰਕੇ ਜਿਹੜਾ ਕਿਸਾਨੀ ਚੋਂ ਮੁੱਦੇ ਨਿਕਲੇ ਸੀਗੇ
ਉਹਦੇ ਤੇ ਵੀ ਅਸੀਂ ਪਿੱਛੇ ਪੈ ਗਏ ਹਾਂ। ਫਿਰ ਤੁਸੀਂ ਲਓ ਲਖੀਮਪੁਰ, ਸਾਰਿਆਂ ਨੇ ਭੁਲਾ ਦਿੱਤਾ, ਵਿਚਾਰੇ 5 ਬੰਦੇ ਜਿਹੜੇ ਲਤੜ ਕੇ ਉੱਥੇ ਮਾਰੇ ਗਏ। ਅੱਜ ਨਾ ਤਾਂ ਉਹ ਕਿਸਾਨਾਂ ਨੂੰ ਯਾਦ ਨੇ, ਨਾ ਪੰਜਾਬ ਦੀ ਸਰਕਾਰ ਨੂੰ ਯਾਦ ਨੇ। ਇਸੇ ਕਰਕੇ ਅਸੀਂ ਜਿਹੜੀ ਪਾਰਟੀ ਬਣਾਈ ਹੈ ਉਸ ਦੇ ਵੱਲੋਂ ਮੈਂ ਅੱਗੇ ਹੋ ਕੇ 2 ਟੱਬਰ ਬਚੇ ਸੀ ਜਿਨ੍ਹਾਂ ਨੂੰ ਪ੍ਰਸ਼ਾਂਤ ਭੂਸ਼ਣ ਨੇ ਨਹੀਂ ਨਾਲ ਲਿਆ ਸੀ। 3 ਟੱਬਰਾਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਗਏ ਨੇ ਪ੍ਰਸ਼ਾਂਤ ਭੂਸ਼ਣ, ਔਰ ਦੁਸ਼ਮਣ ਦਾਵੇ ਉੱਥੇ ਚੀਫ ਜਸਟਿਸ ਦੀ ਕਚਹਿਰੀ ਦੇ ਵਿੱਚ ਉਹ ਜ਼ਿਰਾ ਕਰ ਰਹੇ ਨੇ। ਤਾਂ ਉਹਦੇ 'ਚ 2 ਟੱਬਰ ਬਚੇ ਸੀਗੇ। ਉਹ ਸਾਡੇ ਨਾਲ ਮਾਂਗਟ ਸਾਹਿਬ, ਜਿਨ੍ਹਾਂ ਦਾ ਇੱਕ ਉੱਥੇ ਇੱਕ ਫਾਰਮਰਸ ਗਰੁੱਪ ਹੈ ਯੂਪੀ 'ਚ, ਪ੍ਰੋਗਰੈਸਿਵ ਫਾਰਮਰਸ ਫੋਰਮ PFF, ਉਹ 2 ਟੱਬਰਾਂ ਦੇ ਸਾਡੇ ਕੋਲ ਲੈ ਕੇ ਆਏ ਵਕਾਲਤਨਾਮੇ ਕਰਵਾ ਕੇ, ਤੇ ਅਸੀਂ ਵੀ ਜੁੜੇ ਹਾਂ ਉਹਨਾਂ ਨਾਲ ਜਾ ਕੇ। ਕੱਲ ਤਰੀਕ ਹੈ 30 ਤਰੀਕ, ਔਰ ਤਰੀਕ ਇਸ ਗੱਲ ਦੀ ਹੈ ਕਿ ਮਿਸ਼ਰਾ ਨੂੰ, ਆਸ਼ੀਸ਼ ਮਿਸ਼ਰਾ ਨੂੰ ਜਿਹੜੀ ਬੇਲ ਮਿਲੀ ਹੈ, ਜਿਸ ਕਰਕੇ ਸਾਡੇ ਜਿੰਨਾ ਉੱਥੇ ਦਾ ਭਾਈਚਾਰਾ ਹੈ, ਪੰਜਾਬੀ ਤੇ ਸਿੱਖ ਭਾਈਚਾਰਾ ਯੂਪੀ 'ਚ, ਉਹ ਬੜੇ ਦਬਾਅ 'ਚ ਨੇ, ਕਿਉਂਕਿ ਇਹ ਆਪਣੇ ਬਦਮਾਸ਼ਾਂ ਦੇ ਰਾਹੀਂ ਉਹਨਾਂ ਤੇ ਦਬਾਅ ਪਾ ਰਹੇ ਨੇ, ਉਹਨਾਂ ਦੇ ਗਵਾਹਾਂ ਤੇ ਦਬਾਅ ਪਾ ਰਹੇ ਨੇ। ਤਾਂ ਇਸ ਕਰਕੇ 2 ਜਿਹੜੀਆਂ ਫੈਮਲੀਆਂ ਬਚੀਆਂ ਸੀਗਾ, ਇੱਕ ਤਾਂ ਕੱਲਾ ਮੁੰਡਾ ਇੱਕ ਟੱਬਰ ਦਾ ਲਵਪ੍ਰੀਤ ਸਿੰਘ, ਜਿਹੜਾ ਵਿਚਾਰਾ ਮਾਰਿਆ ਗਿਆ, ਔਰ ਦੂਜੇ ਹੈਗੇ ਨਛੱਤਰ ਸਿੰਘ, ਜਿਹੜੇ ਵਿਰਧ ਸੀਗੇ। 3 ਗੱਡੀਆਂ ਉਹਨਾਂ ਦੇ ਉੱਤੋਂ ਨਿਕਲੀਆਂ। ਉਹ 2 ਟੱਬਰਾਂ ਨੂੰ ਲੈ ਕੇ ਅਸੀਂ ਜੁੜੇ ਹਾਂ। ਤਾਂ ਇਹ ਇਸ ਲਈ ਜੁੜੇ ਹਾਂ। ਉਹਦੇ 'ਚ ਚੀਮਾ ਸਾਹਿਬ ਨੂੰ ਦਰਖਾਸਤ ਕੀਤੀ, ਉਹ ਬੜੇ ਉਹਨਾਂ ਦੇ ਅਸੀਂ ਬੜੀ ਉਹਨਾਂ ਦੀ ਅੱਛਾਪਣ ਹੈ ਇਸ 'ਚ। ਉਹਨਾਂ ਨੇ ਕਿਹਾ ਮੈਂ ਬਿਲਕੁਲ ਪ੍ਰੋਬੋਨੋ ਕਰੂੰਗਾ, ਕੋਈ ਪੈਸੇ ਨਹੀਂ ਲਊਂਗਾ। ਕੱਲ ਉਹ ਨਹੀਂ ਆ ਸਕ ਰਹੇ ਤੇ ਉਹਨਾਂ ਨੇ ਸੰਜੇ ਹੈਗੜੇ ਨੂੰ ਕਿਹਾ, ਮੈਂ ਵੀ ਸੰਜੇ ਹੈਗੜੇ ਨਾਲ ਗੱਲ ਕੀਤੀ। ਤਾਂ ਇਸ ਕਰਕੇ ਅਸੀਂ ਜੁੜ ਗਏ ਹਾਂ ਇਹਦੇ ਨਾਲ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਦਿੱਲੀ 'ਚ ਬੈਠੀ ਸਰਕਾਰ ਜਿਹੜੀ ਆਪ ਦੀ ਹੈ, ਉਹਨੂੰ ਕੋਈ ਤਕਲੀਫ ਨਹੀਂ ਹੈ ਇਸ ਗੱਲ ਤੇ ਕਿ ਇਹ ਮਿਸ਼ਰਾ ਸਾਹਿਬ ਜਿਹੜੇ ਮਿਨਿਸਟਰ ਆਫ ਸਟੇਟ ਨੇ ਹੋਮ ਦੇ ਵਿੱਚ, ਜਿਹੜੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਅਮੈਂਡਮੈਂਟ ਟੇਬਲ ਕਰਦੇ ਫਿਰ ਰਹੇ ਨੇ ਪਾਰਲੀਮੈਂਟ ਦੇ ਵਿੱਚ, ਉਹ ਖੁਦ ਦੇ ਉੱਤੇ ਉਹਨਾਂ ਤੇ ਜਿਹੜਾ ਇਲਜ਼ਾਮ ਲੱਗਿਆ ਹੋਇਆ ਖੂਨ ਦਾ, ਉਹ ਜਿਹੜੀ ਹਾਈ ਕੋਰਟ ਦੇ ਵਿੱਚ ਕੇਸ ਪਿਆ ਹੈ, ਉਹ ਰਿਜ਼ਰਵ ਪਈ ਹੈ ਜਜਮੈਂਟ। ਕੋਈ ਇਹ ਮੁੱਦੇ ਚੱਕਣ ਨੂੰ ਤਿਆਰ ਨਹੀਂ। ਸੋ ਇਸ ਕਰਕੇ ਬਦਲਾਅ ਆ ਗਿਆ। ਦਿੱਲੀ ਦੀ ਜਿਹੜੀ ਪਾਰਟੀ ਆਪ ਹੈ, ਉਹ ਹੁਣ ਇਹ ਦੇਖ ਰਹੀ ਹੈ ਕਿ ਉੱਪਰਲੀ ਸਤਰ ਤੇ ਉਹ ਕਿਵੇਂ ਆਪਣੇ ਸਿੰਘ ਭੇੜਨ ਮੋਦੀ ਸਾਹਿਬ ਨਾਲ। ਪੰਜਾਬ ਵਿੱਚ ਫਸ ਗਿਆ। ਮੈਂ ਇਹੀ ਸਵਾਲ ਜਿਹੜਾ ਮੈਂ ਕਰਨਾ ਚਾਹੁੰਦਾ ਤੁਹਾਨੂੰ, ਜਿਹੜਾ ਅਸੀਂ ਬੁਨਿਆਦੀ ਸਵਾਲ ਐਡਰੈਸ ਕਰ ਲਈਏ ਕਿ ਜੇਕਰ ਇਸ ਵੇਲੇ ਸੰਭਾਵਨਾਵਾਂ ਦੇ ਨਜ਼ਰੀਏ ਤੋਂ ਦੇਖੀਏ, ਅੱਜ ਮਮਤਾ ਬੈਨਰਜੀ ਨੇ ਇੱਕ ਪੱਤਰ ਲਿਖਿਆ ਬੀਜੇਪੀ ਤੋਂ ਉਲਟ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਸਾਰੀਆਂ ਨੂੰ, ਕਿ ਜਿਹੜੀਆਂ ਏਜੰਸੀਜ਼ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ ਸਟੇਟਾਂ ਦੇ ਖਿਲਾਫ, ਖੇਤਰੀ ਪਾਰਟੀਆਂ ਦੇ ਖਿਲਾਫ, ਉਹਦੇ ਖਿਲਾਫ ਇਕਜੁੱਟ ਹੋਇਆ ਜਾਵੇ। ਮੈਂ ਸਿਰਫ ਇਹੀ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਕਿਉਂਕਿ ਪੰਜਾਬ ਦਾ ਕੰਸਰਨ ਹੈ, ਅਸੀਂ ਸਰੋਕਾਰ ਰੱਖਦੇ ਹਾਂ। ਕੇਜਰੀਵਾਲ ਦੀਆਂ ਸੰਭਾਵਨਾਵਾਂ ਕੇਂਦਰ 'ਚ ਤੁਸੀਂ ਕਿੰਨੀਆਂ ਕੁ ਵੇਖਦੇ ਹੋ? ਮੋਦੀ ਸਰਕਾਰ ਨੂੰ ਜਾਂ ਬਜਾਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਜਰੀਵਾਲ ਤੋਂ ਕਿੰਨਾ ਕੁ ਖੌਫ ਖਾਣਾ ਚਾਹੀਦਾ? ਕੇਜਰੀਵਾਲ ਆਉਂਦੇ ਸਮੇਂ 'ਚ ਇਸ ਕੁਰਸੀ ਲਈ ਖਤਰਾ ਹੋ ਜਾਣਗੇ। ਸੋ ਜੇ ਇਹ ਉੱਥੋਂ ਹੀ ਗੱਲ ਸਾਰਾ ਆਧਾਰ ਬਣੂਗਾ ਕਿ ਫਿਰ ਇਹ ਜੰਗ ਪੰਜਾਬ 'ਚ ਕਿੰਨੀ ਕੁ ਤਿੱਖੀ ਹੋਊਗੀ। ਇਹਦਾ ਮੁੱਢਲਾ ਖਮਿਆਜਾ ਤਾਂ ਪੰਜਾਬ ਗਵਰਨਮੈਂਟ ਨੂੰ ਭੁਗਤਣਾ ਪੈਣਾ ਜਦੋਂ ਕੇਂਦਰ ਉਹਨੂੰ ਹੱਥ ਨਹੀਂ ਫੜਾਊਗਾ। ਜੇਕਰ ਕੇਜਰੀਵਾਲ ਪੰਜਾਬ 'ਚ ਕਾਮਯਾਬ ਹੁੰਦੇ ਨੇ ਤਾਂ ਫਿਰ ਇਹ ਕਾਮਯਾਬੀ ਸਾਰੇ ਦੇਸ਼ ਵਿੱਚ ਦਿਖਾਈ ਜਾਊਗੀ। ਮੈਂ ਸਿਰਫ ਇਹੀ ਸਵਾਲ ਕਰਨਾ ਚਾਹੁੰਦਾ ਹੈ ਕਿ ਵੱਡੀ ਕੁਰਸੀ ਦੇ ਲਈ ਕੇਜਰੀਵਾਲ ਕਿੰਨੇ ਕੁ ਤੁਹਾਨੂੰ ਇਸ ਵੇਲੇ ਜਿਹੜੇ ਨੇ ਉਹ ਪ੍ਰਭਾਵੀ ਲੱਗ ਰਹੇ ਆ? ਦੇਖੋ, ਉਹ ਤਾਂ ਲਾਜ਼ਮ ਹੈ, ਕਿਉਂਕਿ ਜੇ ਹਿਮਾਚਲ ਜਿੱਤ ਲੈਂਦੇ ਆ, ਇਹਨਾਂ ਕੋਲ 3 ਸੂਬੇ ਹੋ ਜਾਣੇ ਆ। ਉਸ ਵੇਲੇ ਕਾਂਗਰਸ ਕੋਲ ਸਿਰਫ 2 ਹੋਣਗੇ ਤੇ 3 ਸੂਬਿਆਂ ਵਾਲੀ ਤਾਂ ਮਮਤਾ ਬੈਨਰਜੀ ਵੀ ਨਹੀਂ, ਉਹਦੇ ਕੋਲ ਕੱਲਾ ਵੈਸਟ ਬੰਗਾਲ ਹੈ। ਸ਼ਰਦ ਪਵਾਰ ਕੋਲ ਤੀਜਾ ਹਿੱਸਾ ਮਹਾਰਾਸ਼ਟਰ ਦਾ ਹੈ। ਅਖਿਲੇਸ਼ ਯਾਦਵ ਤਾਂ ਜਿੱਤਿਆ ਨਹੀਂ, ਜੇ ਜਿੱਤ ਵੀ ਜਾਂਦਾ ਕੱਲੀ ਯੂਪੀ ਹੋਣੀ ਸੀ ਉਹਦੇ ਕੋਲ। ਜੇ 3 ਸੂਬੇ ਇਹਨਾਂ ਕੋਲ ਹੋ ਜਾਂਦੇ ਹੈ ਤਾਂ ਫਿਰ ਮੇਰੇ ਖਿਆਲ ਉਹਦੀ ਕੁਝ ਖੁਸ਼ਬੂ ਜਿਹੜੀ ਆ ਰਹੀ ਹੈ, ਉਸ ਤੇ ਹੁਣ ਕੇਜਰੀਵਾਲ ਥੋੜੇ ਤਕੜੇ ਹੋ ਕੇ ਅੱਗੇ ਵਧ ਰਹੇ ਹੈ। ਇਹਦੇ 'ਚ ਦੇਖੋ, ਤੁਸੀਂ ਚੰਡੀਗੜ੍ਹ ਦਾ ਮੁੱਦਾ ਲਓ। ਅੱਜ ਜੇ ਬਾਦਲ ਦਲ ਵੀ ਕਹਿੰਦਾ, ਚੰਡੀਗੜ੍ਹ ਦੀ ਗੱਲ ਕਰਦਾ ਹੈ, ਨया ਚੰਡੀਗੜ੍ਹ ਕਿਹਨੇ ਬਣਾਇਆ? ਜੇ ਤੁਸੀਂ ਨया ਚੰਡੀਗੜ੍ਹ ਬਣਾਇਆ ਇਹਦਾ ਮਤਲਬ ਤੁਹਾਡਾ ਪੁਰਾਣਾ ਚੰਡੀਗੜ੍ਹ ਤੁਸੀਂ ਛੱਡਤਾ। ਮੇਰੇ ਮਿੱਤਰ ਹੈਗੇ ਸਰੀਨ ਸਾਹਿਬ, ਸੀਨੀਅਰ ਲਾਇਰ ਚੰਡੀਗੜ੍ਹ 'ਚ, ਉਹਨਾਂ ਨੇ PIL ਕੀਤੀ ਪੰਜਾਬ 'ਚ ਕਿ ਜੀ ਚੰਡੀਗੜ੍ਹ ਦਾ ਨਾਂ ਦਾ ਦੁਰਪਯੋਗ ਹੋ ਰਿਹਾ। ਚੰਡੀਗੜ੍ਹ ਤਾਂ ਚੰਡੀਗੜ੍ਹ ਹੈ, ਨਿਊ ਚੰਡੀਗੜ੍ਹ ਕਿਹੜਾ ਹੁੰਦਾ ਹੈ? ਇਹ ਕਾਰਬੂਜ਼ੇਰ ਆ ਗਿਆ ਕੋਈ? ਇਹ ਇਹਨਾਂ ਦੇ ਹੁੰਦੇ ਹੋਏ ਹੈ, ਮਹਾਰਾਜ ਸਾਹਿਬ ਦੇ ਹੁੰਦੇ ਹੋਏ ਹੈ। ਇਹਨਾਂ ਨੇ ਬਾਗਡੋਰ ਛੱਡਤੀ ਸੀ ਚੰਡੀਗੜ੍ਹ ਦੀ। ਹੁਣ ਕਿਉਂਕਿ ਭਗਵੰਤ ਮਾਨ ਨੇ ਚੱਕੀ ਹੈ, ਦੇਖੋ ਇਹ ਵੀ ਦਿਲਚਸਪ ਗੱਲ ਹੈ ਕਿ ਭਗਵੰਤ ਮਾਨ ਚੱਕ ਰਿਹਾ ਹੈ ਮੁੱਦਾ, ਇਹ ਆਪ ਨਹੀਂ ਚੱਕ ਰਿਹਾ ਦਿੱਲੀੋਂ।
ਔਰ ਇਹ ਮੁੱਦਾ ਕਾਂਗਰਸ, ਇਹ ਬੀਜੇਪੀ ਨੂੰ ਸੂਟ ਕਰਦਾ ਹੈ, ਕਿਉਂਕਿ ਜੇ ਚੰਡੀਗੜ੍ਹ ਉੱਪਰ ਆਏਗਾ, ਗੱਲ ਲੌਂਗੋਵਾਲ ਅਕੋਰਡ ਦੀ ਹੋਏਗੀ। ਲੌਂਗੋਵਾਲ ਸਾਹਿਬ ਨਾਲ ਜਿਹੜੀ ਸੰਧੀ ਹੋਈ ਸੀ 1985 ਚ, ਉਹਦੇ ਤੋਂ ਦੇਖੋ, ਮੈਂ ਰਾਸ਼ਟਰਪਤੀ ਭਵਨ ਸੀ ਉਦੋਂ, ਉਹਦੇ ਤੋਂ ਕਿਉਂ ਭੱਜਿਆ ਰਾਜੀਵ ਗਾਂਧੀ? 1987 ਦੀ ਜਨਵਰੀ ਚ ਗਿਆਨੀ ਜੀ ਨਾਲ ਲੜ ਕੇ ਇਹ ਕਹਾਇਆ ਗਿਆ ਉਹਨਾਂ ਦੀ 26 ਜਨਵਰੀ ਦੀ ਸਪੀਚ ਕਿ ਬਰਨਾਲਾ ਬਹੁਤ ਚੰਗਾ ਕੰਮ ਕਰ ਰਹੇ ਹੈ, ਸਰਦਾਰ ਬਰਨਾਲਾ ਚੀਫ ਮਿਨਿਸਟਰ ਪੰਜਾਬ ਦੇ ਵਿੱਚ। ਗਿਆਨੀ ਜੀ ਕਹਿੰਦੇ ਮੈਂ ਇਹ ਨਹੀਂ ਕਹਿਣਾ ਕਿਉਂਕਿ ਇਹ ਮੈਨੂੰ ਮਿਲ ਹੀ ਨਹੀਂ ਆਇਆ ਚੀਫ ਮਿਨਿਸਟਰ ਬਣ ਕੇ, ਮੈਂ ਰਾਸ਼ਟਰਪਤੀ ਹਾਂ ਇਹ ਸਮਝ ਕੇ, ਕਿਉਂਕਿ ਇਹ ਨੇੜੇ ਜਾਣਾ ਚਾਹੁੰਦਾ ਹੈ ਰਾਜੀਵ ਗਾਂਧੀ ਦੇ, ਮੈਂ ਇਹਦੀ ਪ੍ਰਸ਼ੰਸਾ ਕਿਉਂ ਕਰਾਂ। 2 ਦਿਨ ਲੜਾਈ ਚੱਲਦੀ ਰਹੀ, ਕੈਬਨਿਟ ਸੈਕਟਰੀ ਕੋਲ ਵਾਪਸ ਗਈ, ਚਿੱਠੀ ਵਾਪਸ ਆਈ, ਜਨਵਰੀ ਚ ਇਹਨਾਂ ਨੂੰ ਕਹਾਇਆ, ਔਰ ਮਾਰਚ ਦੇ ਵਿੱਚ ਬਰਨਾਲੇ ਦੀ ਗਵਰਨਮੈਂਟ ਕੱਢਤੀ ਕਿਉਂਕਿ ਉਹਦੇ ਨਾਲ ਹਰਿਆਣੇ ਦੀ ਇਲੈਕਸ਼ਨ ਆ ਰਹੀ ਸੀ। ਸੋ ਇਹ ਖਿਲਵਾੜ ਤਾਂ ਪੰਜਾਬ ਦੇ ਨਾਲ ਬੜਾ ਪੁਰਾਣਾ ਹੋ ਰਿਹਾ ਹੈ। ਹੁਣ ਉਸੇ ਗੱਲ ਤੇ ਬੀਜੇਪੀ ਆ ਗਈ ਹੈ, ਜਿਹੜਾ ਕੰਮ ਕਾਂਗਰਸ ਕਰਦੀ ਸੀ ਉੱਥੇ ਹੀ ਹੁਣ ਬੀਜੇਪੀ ਨੇ ਦੇਖ ਲਿਆ ਕਿ ਇਹਨੂੰ ਜੇ ਕੇਜਰੀਵਾਲ ਨੂੰ ਫਸਾਣਾ ਹੈ, ਇਹ ਹਰਿਆਣੇ ਤੋਂ ਹੈ, ਦਿੱਲੀ 'ਚ ਇਹਦੀ ਸਰਕਾਰ ਹੈ, ਹਰਿਆਣੇ 'ਚ ਸਰਕਾਰ ਲੜਾਈ ਲੜੇਗਾ ਵੀ, ਚੰਡੀਗੜ੍ਹ ਦਾ ਮੁੱਦਾ ਉਠਾਓਗੇ ਜਿਹੜਾ ਇਹ ਸਮਝਦੇ ਆ ਬੰਦੇ, ਅੱਛਾ ਉਹਦੇ 'ਚ ਨੁਕਸਾਨ ਕਿਸਾਨਾਂ ਦਾ ਵੀ ਹੁੰਦਾ ਹੈ, ਕਿਉਂਕਿ ਪਹਿਲੀ ਵਾਰ ਹੋਇਆ ਕਿਸਾਨ ਅੰਦੋਲਨ ਦੇ ਦੌਰਾਨ ਹਰਿਆਣੇ ਤੇ ਪੰਜਾਬ ਦੇ ਕਿਸਾਨ ਇਕੱਠੇ ਹੋ ਗਏ, ਜਦ ਪਾਣੀ ਦਾ ਜਾਂ ਚੰਡੀਗੜ੍ਹ ਦਾ ਜਿਹੜੇ ਮੁੱਦੇ ਸੀਗੇ ਜਿਨ੍ਹਾਂ ਤੇ ਵੰਡੇ ਹੋਏ ਸੀ ਦੋਨੋਂ, ਉਹ ਮੁੱਦੇ ਖਤਮ ਹੋ ਗਏ ਸੀ। ਸੋ ਜੇ ਉਹ ਮੁੱਦਿਆਂ ਨੂੰ ਤੁਸੀਂ ਦੁਬਾਰਾ ਚੱਕੋਗੇ, BMB 'ਚ ਜਾ ਕੇ, ਪਾਣੀ 'ਚ ਜਾ ਕੇ, ਚੰਡੀਗੜ੍ਹ 'ਚ ਜਾ ਕੇ, ਤੁਸੀਂ ਕਿਸਾਨਾਂ ਨੂੰ ਫੇਰ ਵੰਡਣਾ ਚਾਹੁੰਦੇ ਹੋ, ਹਰਿਆਣੇ ਦੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ 'ਚ ਫੇਰ ਤੁਸੀਂ ਬਟਵਾਰਾ ਕਰ ਰਹੇ ਹੋ। ਤਾਂ ਇਹ 2 ਤਰ੍ਹਾਂ ਦੀ ਚਾਲ ਹੈ ਬੀਜੇਪੀ ਦੀ। ਇੱਕ ਤਾਂ ਕੇਜਰੀਵਾਲ ਨੂੰ ਕਹਿਣਗੇ ਤੂੰ ਦੱਸ ਬਈ ਇਹ ਚੰਡੀਗੜ੍ਹ ਪੰਜਾਬ ਨਾਲ ਰਹੂਗਾ ਜਾਂ ਹਰਿਆਣੇ ਨੂੰ ਆਊਗਾ, ਉਹਨੂੰ ਮੁਸ਼ਕਲ ਹੋਏਗਾ ਦੱਸਣਾ। ਸੋ ਜੇ ਭਗਵੰਤ ਮਾਨ ਇਸ ਮੁੱਦੇ ਨੂੰ ਲੈਣਗੇ, ਮੈਂ ਸਮਝਦਾ ਇਹ ਚੰਗੀ ਗੱਲ ਹੈ, ਜੋ ਇੱਕ ਤਰ੍ਹਾਂ ਦਾ ਖੇਤਰੀ ਮੋੜ ਦਿੰਦੇ ਆ ਜੇ ਆਮ ਆਦਮੀ ਪਾਰਟੀ ਨੂੰ। ਦੇਖਿਓ ਜਿੱਤੇ ਤਾਂ ਉਹਨਾਂ ਦੇ ਮੂੰਹ ਨੂੰ ਹੈ, ਇੰਨੀਆਂ ਇਹਨਾਂ ਨੂੰ ਵੋਟਾਂ ਨਹੀਂ ਸੀ ਪਾਣੀਆਂ ਜੇ ਲੋਕਲ ਚਿਹਰਾ ਨਾ ਹੁੰਦਾ। ਇਹ ਸਮਝਣਾ ਦਿੱਲੀ ਵਾਲਿਆਂ ਨੂੰ ਕਿ ਇਹ ਭੁਚਾਲ ਉਹਨਾਂ ਨੇ ਲਿਆਤਾ, ਉਹਨਾਂ ਦੀ ਗਲਤੀ ਹੋਏਗੀ। ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਭਗਵੰਤ ਮਾਨ ਨੂੰ ਦੇਖ ਕੇ, ਇੱਥੋਂ ਦਾ ਚਿਹਰਾ ਦੇਖ ਕੇ ਲੋਕ ਜੁੜੇ ਨੇ, ਉਹ ਤਬਦੀਲੀ ਚਾਹ ਰਹੇ ਸੀਗੇ, ਉਹ ਤਬਦੀਲੀ ਦੇ ਵਿੱਚ ਉਹਨਾਂ ਨੇ ਨੇਰੀ ਲਿਆਤੀ ਹੈ। ਲੇਕਿਨ ਇਹਨੂੰ ਤੁਸੀਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ, ਅਸੀਂ ਹੁਣ ਹਿਮਾਚਲ ਚਲੇ ਜਾਈਏ, ਹੋਰ ਜਗ੍ਹਾ ਚਲੇ ਜਾਈਏ, ਉਹ ਜਿਵੇਂ ਹੁੰਦਾ ਹੈ ਕਈ ਵਾਰ ਅਗਲੀ ਰੋਟੀ ਮਿਲਦੀ ਨਹੀਂ, ਪਿਛਲਾ ਕੁੱਤਾ ਚੱਕ ਕੇ ਲੈ ਗਿਆ, ਇਹਨਾਂ ਨਾਲ ਉਹ ਹੋਣੀ ਹੈ ਜੀ। ਨਹੀਂ, ਬਿਲਕੁਲ ਠੀਕ ਹੈ ਸਰਦਾਰ ਸਾਹਿਬ। ਇੱਕ ਆਮ ਜੀ ਧਾਰਨਾ ਹੈ ਕਿ ਜੇਕਰ ਤੁਸੀਂ ਫੈਸਲੇ ਦਿੱਲੀ ਤੋਂ ਲੈਣੇ ਆ ਤਾਂ ਪੰਜਾਬ ਨਾਲ ਸੰਬੰਧਿਤ ਜੇ ਭੀੜ ਬਣਦੀ ਹੈ ਤੇ ਉੱਥੇ ਵੀ ਤਾਂ ਸਟੈਂਡ ਲਓ। ਜੇਕਰ ਚੰਡੀਗੜ੍ਹ ਜਾਂ BBMB ਦੇ ਮਾਮਲੇ ਦੇ ਵਿੱਚ ਕਿਧਰੇ ਕੋਈ ਕੇਂਦਰ ਨੇ ਜਗੋਂ-ਤੇਰ ਵੀ ਕੀਤੀ ਹੈ ਤੇ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਆਉਣੀ ਚਾਹੀਦੀ ਹੈ। ਭਗਵੰਤ ਮਾਨ ਸਾਹਿਬ ਦੀ ਨਿੱਕੀ ਤੋਂ ਨਿੱਕੀ ਪ੍ਰਾਪਤੀ ਤੇ ਮਗਰੇ ਹੀ ਕੇਜਰੀਵਾਲ ਸਾਹਿਬ ਆਪ ਵੀ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਔਰ ਹਰ ਗੱਲ ਦਾ ਕ੍ਰੈਡਿਟ ਲੈਣ ਦੀ ਦੌੜ ਹੈ। ਔਰ ਇਹ ਗੱਲ ਵੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਗਈ ਮੁਹਿੰਮ ਅਸੀਂ ਚਲਾਈ ਹੈ। ਇਹ ਸਾਰੀ ਦੀ ਸਾਰੀ ਕੈਂਪੇਨ ਦੇ ਦੌਰਾਨ ਜੇਕਰ ਕਿਤੇ ਮੁਸ਼ਕਲ ਆਉਂਦੀ ਹੈ ਤਾਂ ਉੱਥੇ ਕੇਜਰੀਵਾਲ ਸਾਹਿਬ ਨੂੰ ਖੜੇ ਹੋਣਾ ਪਊ। ਇਹ ਉਹਨਾਂ ਨੇ ਬੜੀ ਤੈਅਸ਼ੁਦਾ ਤਰੀਕੇ ਨਾਲ ਬੀਜੇਪੀ ਨੇ ਇੱਕ ਮੁਸ਼ਕਲ ਖੜੀ ਕਰਤੀ ਹੈ ਵੀ ਹੁਣ ਜਾਂ ਤਾਂ ਸਟੈਂਡ ਲਓ ਜਾਂ ਪਾਸੇ ਹੋਵੋ। ਜੇ ਸਟੈਂਡ ਲੈਂਦੇ ਆ ਤੇ ਹਰਿਆਣੇ ਵਾਲੇ ਨਾਰਾਜ਼ ਹੋ ਜਾਣਗੇ, ਕੱਲ ਨੂੰ ਜਦੋਂ ਇਲੈਕਸ਼ਨ ਦੌਰਾਨ ਇਹ ਪੈਂਤੜੇ ਵਰਤਨੇ ਪੈਣਗੇ ਤਾਂ ਔਖਾ ਹੋ ਜੂ। ਸੋ ਪੰਜਾਬ ਜੰਗ ਦਾ ਅਖਾੜਾ ਬਣੂਗਾ, ਉਹ ਹੋਰ ਐਕਸਪੈਰੀਮੈਂਟ ਕਰਨਗੇ। ਤੁਸੀਂ ਜਾਣਦੇ ਹੋ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਦੇ ਪੈਂਤੜਿਆਂ ਨੂੰ, ਤੁਹਾਨੂੰ ਲੱਗਦਾ ਉਹ ਇਹਨਾਂ ਨੂੰ ਹੋਰ ਮੁਸ਼ਕਲ ਚ ਪਾਉਣ ਲਈ ਹੋਰ ਟੇਢੇ ਸਵਾਲ ਪੈਦਾ ਕਰਨਗੇ। ਆਉਂਦੇ ਦਿਨਾਂ ਦੇ ਵਿੱਚ ਜਿਹੜੀ ਆਰਥਿਕ ਮਦਦ ਹੈ ਪੰਜਾਬ ਦੀ, ਉਹਦੇ ਉੱਤੇ ਵੀ ਕਈ ਰੋਕਾਂ ਲੱਗਣਗੀਆਂ, ਔਖੇ ਕਰਕੇ ਪੈਸੇ ਦੇਣਗੇ। ਪੰਜਾਬ ਦਾ ਪ੍ਰਸ਼ਾਸਨਿਕ ਅਮਲ ਖੜੋਤ ਦਾ ਸ਼ਿਕਾਰ ਹੋਊਗਾ। ਇਹ ਟਕਰਾਅ ਜਿਹੜੇ ਆ ਪੰਜਾਬ ਨੂੰ ਸਮੂਥਲੀ ਚੱਲਣ ਤੋਂ ਰੋਕਣਗੇ। ਤੁਹਾਨੂੰ ਲੱਗਦਾ ਕਿ ਕੇਜਰੀਵਾਲ ਦਾ ਪੰਜਾਬ ਵਿੱਚ ਉਹ ਚਿਹਰਾ ਨਹੀਂ ਉੱਭਰਨ ਦੇਣਗੇ ਜਿਹੜਾ ਇਹ ਉਭਾਰ ਕੇ ਦੇਸ਼ ਨੂੰ ਵਿਖਾਉਣਾ ਚਾਹੁੰਦੇ? ਦੇਖੋ, ਅੱਜ ਜੇ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਜਿੱਤ ਕੇ ਆਈ ਹੁੰਦੀ ਤਾਂ ਉਹਦੇ ਕੋਲ ਉਹਨੂੰ ਬੀਜੇਪੀ ਹੋਰ ਤਰੀਕੇ ਨਾਲ ਉਹਦੇ ਨਾਲ ਸਲੂਕ ਕਰਦੀ। ਉਹ ਚਾਹੁੰਦੇ ਕਿ ਅੱਜ ਦੇਖੋ 7 ਤਾਂ ਰਾਜ ਸਭਾ ਦੀਆਂ ਸੀਟਾਂ ਇਹਨਾਂ ਨੂੰ ਮਿਲ ਗਈਆਂ ਇਕੱਠੀਆਂ ਹੀ ਪੰਜਾਬ ਦੀਆਂ, ਰਾਸ਼ਟਰਪਤੀ ਦੀ ਇਲੈਕਸ਼ਨ ਆਉਣੀ ਹੈ। ਪੰਜਾਬ ਉਸ ਵੇਲੇ ਕਹਿ ਸਕਦਾ ਸੀ ਅੱਛਾ ਤੁਹਾਡੇ ਕੈਂਡੀਡੇਟ ਦੀ ਅਸੀਂ ਮਦਦ ਕਰਦੇ ਹਾਂ, ਤੁਸੀਂ ਸਾਡੀ ਮਦਦ ਕਰੋ। ਹੁਣ ਇਸ ਵੇਲੇ ਕੇਜਰੀਵਾਲ ਸਾਹਿਬ ਨੂੰ ਇਹ ਦੇਖਣਾ ਪੈਣਾ ਉਹ ਖੇਲ ਕਿਵੇਂ ਉਹਨਾਂ ਦੀ ਰਾਸ਼ਟਰ ਨੀਤੀ ਤੇ ਕਿਵੇਂ ਚੱਲਦੀ ਹੈ, ਉੱਥੋਂ ਦੀ ਪਾਰਟੀਆਂ ਦੇ ਆਪੋਜੀਸ਼ਨ ਦੇ ਨਾਲ ਜਾਣਾ ਹੈ, ਕਿਹਦੇ ਨਾਲ ਜਾਣਾ ਹੈ। ਸੋ ਇਹ ਤਾਂ ਲਾਜ਼ਮ ਹੈਗਾ ਕਿ ਜੇ ਦਿੱਲੀ ਬੈਠੀ ਪਾਰਟੀ ਜਿਹੜੀ ਇੱਕ ਰਾਸ਼ਟਰ ਸਤਰ ਤੇ ਇੱਕ ਰੋਲ ਅਦਾ ਕਰਨਾ ਚਾਹੁੰਦੀ ਹੈ, ਉਹਦੀ ਸੋਚ ਫਰਕ ਹੋਏਗੀ ਇੱਕ ਐਸੇ ਪਾਰਟੀ ਦੇ ਬਨਸਪਤ ਜਿਹੜੀ ਸਿਰਫ ਇੱਕ ਸੂਬੇ ਦੀ ਪਾਰਟੀ ਹੋਵੇ ਔਰ ਜਿਹਦੇ ਇਹ ਨਾ ਹੋਣ ਹੋਟਲ ਗੁੜਗਾਉਂ ਚ ਨੇ,
ਉਹ ਸੋਚਣ ਲੱਗ ਜੇ ਮੈਂ ਨਾਰਾਜ਼ ਨਾ ਕਰ ਲਾਂ। ਜੇ ਐਸੇ ਤੁਹਾਡੇ ਕੋਲ ਐਸੇ ਮੁੱਦੇ ਨਾ ਹੋਣ, ਫਿਰ ਤੁਸੀਂ ਪੰਜਾਬ ਦੀ ਗੱਲ ਸੋਚੋ, ਫਿਰ ਤੁਸੀਂ ਜਿਹੜਾ ਮਰਜ਼ੀ ਪ੍ਰਧਾਨ ਮੰਤਰੀ ਹੋਵੇ ਉਹਦੇ ਨਾਲ ਰਲ ਕੇ ਚੱਲ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਜੀ ਆਹ ਮੁੱਦਿਆਂ ਤੇ ਸਾਡੀ, ਹੁਣ ਦੇਖੋ ਕਿਹੜੇ ਮੁੱਦੇ ਚੱਕ ਰਿਹਾ, ਜਿਹੜੇ ਬੰਦੇ ਜਾ ਕੇ ਮਿਲ ਰਹੇ ਹੈ ਸਰਸਾ ਸਾਹਿਬ ਤੇ ਸਾਡੇ ਮਿੱਤਰ ਤਲੋਚਨ ਸਿੰਘ ਲੈ ਕੇ ਜਾ ਰਹੇ ਬੰਦਿਆਂ ਨੂੰ, ਇਹਨਾਂ ਚੋਂ ਕਿੰਨੇ ਕੁ ਬੰਦਿਆਂ ਦੀਆਂ ਕਿੰਨੀਆਂ ਕੁ ਵੋਟਾਂ ਪੰਜਾਬ 'ਚ, ਜਿਹੜੇ ਬੰਦੇ ਇਹਨਾਂ ਨੂੰ ਜਾ ਕੇ ਮਿਲ ਰਹੇ ਹੈ, ਉਹ ਕਿਹੜੇ ਮੁੱਦੇ ਚੱਕ ਰਹੇ। ਇੱਕ ਜੀ ਯੂਨੀਵਰਸਿਟੀ ਬਣਾ ਦਿਓ, ਇੱਕ ਫਲਾਣਾ ਬਣਾ ਦਿਓ, ਇਹ ਮੁੱਦੇ ਥੋੜੀ ਹੈ। ਮੁੱਦੇ ਚੱਕੋ ਤੁਸੀਂ ਪੰਜਾਬ ਦੇ, ਪੰਜਾਬ ਨੂੰ ਕਿਵੇਂ ਉੱਪਰ ਚੱਕਣਾ, ਪੰਜਾਬ ਦੇ ਕਰਜ਼ੇ ਨੂੰ ਕਿਵੇਂ ਹਟਾਣਾ ਹੈ। ਕਿਸੇ ਨੇ ਮੰਗਿਆ ਜਾ ਕੇ ਪ੍ਰਧਾਨ ਮੰਤਰੀ ਤੋਂ ਕਰਜ਼ਾ ਹਟਾ ਦਿਓ। ਅੱਛਾ, ਫਿਰ ਦੂਜੀ ਗੱਲ ਹੈ ਕਿ ਭਗਵੰਤ ਮਾਨ ਜੀ ਗਏ ਨੇ ਜੀ ਸਾਨੂੰ 50,000 ਕਰੋੜ ਦੇ ਦਿਓ, ਫਿਰ ਵਾਅਦੇ ਕਿਸ ਲਈ ਕਰਦੇ ਸੀ? ਪਹਿਲਾਂ ਵਾਅਦੇ ਕਰਨ ਵੇਲੇ ਜਾਂ ਤੁਸੀਂ ਕਿਹਾ ਨਹੀਂ ਅਸੀਂ ਪੈਸਾ ਕੱਢ ਲਾਂਗੇ ਜਿੱਥੋਂ ਕੱਢਣਾ ਹੈ, ਹੁਣ ਹੱਥ ਕਿਉਂ ਜੋੜਦੇ ਹੋ ਜਾ ਕੇ? ਸੋ ਇਹ ਵੀ ਗੱਲ ਗਲਤ ਹੈ। ਕੱਲ ਤੁਸੀਂ ਜਿੱਤ ਕੇ ਆਏ ਹੋ, ਅੱਜ ਜਾ ਕੇ ਤੁਸੀਂ ਪੈਸੇ ਮੰਗਣੇ ਸ਼ੁਰੂ ਕਰ ਦੋ, ਫਿਰ ਵਾਅਦੇ ਤਾਂ ਗਲਤ ਹੋਏ ਨਾ ਜਿਹੜੇ ਤੁਸੀਂ ਕੀਤੇ ਆ ਲੋਕਾਂ ਦੇ ਨਾਲ। ਉਦੋਂ ਸੱਚ ਬੋਲਣਾ ਚਾਹੀਦਾ ਸੀ, ਉਹਨਾਂ ਨੂੰ ਕਹਿੰਦੇ ਸਾਡੀ ਮਾਲੀ ਹਾਲਤ ਖਰਾਬ ਹੈ, ਅਸੀਂ ਤੁਹਾਡੇ ਤੋਂ ਮੰਗਦੇ ਹਾਂ ਸਾਨੂੰ ਤਾਕਤ ਦਿਓ ਤਾਂ ਕਿ ਅਸੀਂ ਹੌਲੀ ਹੌਲੀ ਮਾਲੀ ਹਾਲਤ ਠੀਕ ਕਰ ਸਕੀਏ। ਅਸੀਂ ਐਸੇ ਵਾਅਦੇ ਨਹੀਂ ਕਰਾਂਗੇ ਜਿਹਦੇ ਨਾਲ ਪੈਸੇ ਸਾਡੇ ਕੋਲ ਜਿਨ੍ਹਾਂ ਨੂੰ ਨਿਵਾਣ ਦੇ ਪੈਸੇ ਨਾ ਹੋਣ। ਤਾਂ ਹੁਣ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਆਪ ਹੀ ਫਸੇ ਹੋ, ਹੁਣ ਇਹਦੇ 'ਚ ਪੰਜਾਬ 'ਚ ਮੁਸ਼ਕਲਾਤ ਆਏਗੀ। ਸੋ ਇਸ ਕਰਕੇ ਤੈਅ ਕਰਨਾ ਪੈਣਾ, ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੂੰ ਤੈਅ ਕਰਨਾ ਪੈਣਾ ਹੈ, ਉਹ ਪੰਜਾਬ ਦੇ ਲੀਡਰ ਨੇ ਜਾਂ ਆਪ ਦੇ ਲੀਡਰ ਨੇ। ਪੰਜਾਬ ਦੇ ਲੀਡਰ ਨੇ ਤਾਂ ਉਹਨਾਂ ਨੂੰ ਆਪਣੀ ਪਾਲਿਸੀ ਫਰਕ ਤਰੀਕੇ ਨਾਲ ਚਲਾਣੀ ਪਏਗੀ। ਕੱਲਾ ਇੱਕ ਵਾਰ ਮੁੱਦਾ ਚੱਕ ਕੇ ਨਹੀਂ ਹੋਣਾ, ਕੱਲਾ ਭਗਤ ਸਿੰਘ ਦੀ ਪਿਕਚਰ ਜਾਂ ਹੋਰ ਫੋਟੋਆਂ ਪਿੱਛੇ ਬਦਲ ਕੇ ਨਹੀਂ ਹੋਣਾ। ਇਹਦੇ ਨਾਲ ਬੁਨਿਆਦ, ਜਿਵੇਂ ਤੁਸੀਂ ਹੁਣ ਕਰਪਸ਼ਨ ਦੀ ਗੱਲ ਲਓ, ਉਦੋਂ ਕਿਹਾ ਜੀ ਮੈਨੂੰ ਵੀਡੀਓ ਬਣਾ ਕੇ ਭੇਜੋ, ਇਹ ਤਾਂ ਬੱਚਿਆਂ ਵਾਲੀ ਗੱਲ ਹੈ। ਉਹ ਦਫ਼ਤਰਾਂ ਦੇ ਵਿੱਚ ਕਿਸੇ ਨੂੰ ਲਿਜਾਣ ਦੇਣਗੇ ਅੰਦਰ ਕੈਮਰਾ? ਦੂਜੀ ਗੱਲ ਹੈ ਜੇ ਤੁਸੀਂ ਰੈਵਨਿਊ ਡਿਪਾਰਟਮੈਂਟ ਲਓ, ਕੀ ਕਰਪਸ਼ਨ ਹੈ ਉੱਥੇ? ਦੋਨੋਂ ਪਾਸੇ ਉਹਦੇ ਵਿੱਚ ਰਲਦੇ ਹੈ। ਜੇ ਲੱਖ ਰੁਪਏ ਦੀ ਜ਼ਮੀਨ ਹੈ ਕਿੱਲੇ ਦੀ, ਤੁਸੀਂ 30,000 ਤੇ ਕਿਉਂ ਕਰਾਉਣੇ ਹੋ ਰਜਿਸਟਰੀ? ਕਿਉਂਕਿ ਤੁਹਾਡੀ ਸਟੈਂਪ ਡਿਊਟੀ ਘੱਟ ਲੱਗੂਗੀ। ਜੇ ਤੁਸੀਂ ਉਹਨੂੰ ਕਹੋਗੇ ਤਹਿਸੀਲਦਾਰ ਨੂੰ ਮੈਂ ਪੈਸੇ ਨਹੀਂ ਦੇਣੇ, ਉਹ ਕਹੇਗਾ ਲੱਖ ਦੀ ਕਰਾ ਰਜਿਸਟਰੀ। ਦੋਨੋਂ ਰਲ ਜਾਂਦੇ ਆ। ਜੇ ਦੋਨੋਂ ਰਲੇ ਹੋਏ ਆ ਤਾਂ ਫੋਟੋ ਕੀ ਖਿੱਚੇਗਾ ਉਹ? ਤੁਸੀਂ ਸਟੈਂਪ ਡਿਊਟੀ ਘਟਾਓ, ਤੁਸੀਂ ਇਹਦੇ ਤੇ ਖਰਚੇ ਘਟਾਓ, ਤਾਂ ਕਿ ਲੋਕ ਆਪਣੇ ਆਪ ਕਹਿਣ ਅਸੀਂ ਪੂਰਾ ਵਾਈਟ ਦੀ ਰਜਿਸਟਰੀ ਕਰਾਉਣੀ ਹੈ। ਬੁਨਿਆਦੀ ਤਬਦੀਲੀ ਲਿਆਉਣ ਦੀ ਜਗ੍ਹਾ ਡਰਾਮੇਬਾਜ਼ੀ ਨਾਲ ਇਹ ਚੀਜ਼ਾਂ ਨਹੀਂ ਹਟਦੀਆਂ। ਹੁਣ ਅੱਜ ਹੀ ਮੈਨੂੰ ਕੋਈ ਲੰਚ ਤੇ ਦੱਸ ਰਿਹਾ ਸੀ, ਪੰਜਾਬ ਤੋਂ ਆਇਆ ਹੈ, ਖੈਰ ਕਿਸੇ ਡਿਪਾਰਟਮੈਂਟ ਨੇ ਸ਼ਾਇਦ ਹੜਤਾਲ ਵੀ ਕਰ ਦਿੱਤੀ ਹੈ ਕਿਉਂਕਿ ਉਹਨਾਂ ਦੇ ਬੰਦਿਆਂ ਤੇ ਕੋਈ ਰੇਡ ਮਾਰਿਆ। ਸੋ ਜੇ ਇਹਦੇ 'ਚ ਉਲਝ ਗਈ ਪੰਜਾਬ ਸਰਕਾਰ, ਦੇਖੋ ਪੰਜਾਬ ਸਰਕਾਰ ਕੋਰ ਮੁਲਾਜ਼ਮ ਇਹੀ ਨੇ, ਇਹ ਮੁਲਾਜ਼ਮ ਤੁਸੀਂ ਥੋੜੀ ਅਦਲਾ ਬਦਲੀ ਇਹਨਾਂ ਦੀ ਕਰ ਸਕਦੇ ਹੋ। ਇਹਦੀ ਤਬਦੀਲੀ ਕੀ ਕਰੋਗੇ? ਤਬਦੀਲੀ ਦੋ ਤਰ੍ਹਾਂ ਦੀ ਹੈ, ਇਹਨਾਂ ਨੂੰ ਹੌਲੀ ਹੌਲੀ ਬਦਲ ਸਕਦੇ ਹੋ, ਲੇਕਿਨ ਸਭ ਤੋਂ ਵੱਡੀ ਤਬਦੀਲੀ ਹੈ ਕਾਨੂੰਨ ਕਿਵੇਂ ਬਦਲਨੇ ਆ, ਸਿਸਟਮ ਕਿਵੇਂ ਬਦਲਣਾ ਹੈ, ਤਾਂ ਕਿ ਲੋਕਾਂ ਨੂੰ ਇਹਨਾਂ ਕੋਲ ਜਾਣਾ ਨਾ ਪਵੇ, ਇਹਨਾਂ ਨੂੰ ਪੈਸੇ ਦੇਣ ਦੀ ਉਹ ਮੌਕਾ ਹੀ ਨਾ ਆਵੇ ਕਿ ਇਹਨਾਂ ਨੂੰ ਪੈਸਾ ਦੇਈਏ। ਉਹ ਕੌਣ ਬਦਲੇਗਾ? ਉਹਦੇ ਲਈ ਸਿਆਣੇ ਬੰਦੇ ਚਾਹੀਦੇ ਆ ਚੀਫ ਮਿਨਿਸਟਰ ਦੇ ਆਲੇ ਦੁਆਲੇ। ਕੋਈ ਨਜ਼ਰ ਆਉਂਦੇ ਤੁਹਾਨੂੰ? ਉਹੀ ਆਈਏਐਸ ਅਫਸਰ ਹੈ ਜਿਹੜੇ ਬਾएं ਸੀ ਉਹ ਦਾएं ਕਰਤੇ, ਦਾएं ਸੀ ਬਾएं ਕਰਤੇ। तो ਇਸ ਕਈ ਬੁਨਿਆਦੀ ਤਬਦੀਲੀ ਲਿਆਉਣ ਲਈ ਹੁਣ ਦੇਖੋ 5 ਸੀਟਾਂ ਰਾਜ ਸਭਾ ਦੀਆਂ ਦਿੱਤੀਆਂ। ਮੈਂ ਉਦੋਂ ਹੀ ਟਵੀਟ ਕੀਤਾ, 2 ਪੈਸੇ ਵਾਲਿਆਂ ਨੂੰ ਦੇਤੀਆਂ ਅਮੀਰ ਬੰਦਿਆਂ ਨੂੰ, 2 ਬਾਹਰ ਦਿਆਂ ਨੂੰ ਦੇਤੀਆਂ। ਇੱਕ ਨਵਾਂ ਸਾਫਾ ਦੁਬਾਰਾ ਸਪੋਰਟਸਮੈਨ ਨੇ ਜਿਨ੍ਹਾਂ ਨੇ ਸਾਫੇ ਸੂਫੇ ਭੁੱਲੇ ਹੋਏ ਸੀ, ਪੀਲੇ ਰੰਗ ਦਾ ਸਾਫਾ ਬੰਨ ਲਿਆ। ਹੁਣ ਇਹ ਤਾਂ ਉਹੀ ਗੱਲ ਹੋਈ ਨੇ ਜਿਹੜੇ ਸਾਰੀਆਂ ਕਹਿੰਦੇ ਜੀ ਇਹ ਤਾਂ ਸਾਰੀਆਂ ਪਾਰਟੀਆਂ ਕਰਦੀਆਂ। ਫਿਰ ਤੁਸੀਂ ਤਬਦੀਲੀ ਕੀ ਲਿਆਏ ਹੋ ਭਾਈ? ਤੁਸੀਂ ਕਿਹਾ ਸੀ ਅਸੀਂ ਤਬਦੀਲੀ ਲਿਆਵਾਂਗੇ, ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨਾਲ ਤਬਦੀਲੀ ਨਹੀਂ ਆਉਂਦੀ। ਤਬਦੀਲੀ ਆਉਂਦੀ ਹੈ ਜਦ ਬੁਨਿਆਦੀ ਤੁਹਾਡੀ ਸੋਚ ਬਦਲ ਜੇ, ਨਾਰੇ ਨਾਲ ਨਹੀਂ ਬਦਲ ਸਕਦੇ ਤੁਸੀਂ। ਤੇ ਇਹ ਸੋਚਣਾ ਪਏਗਾ ਪੰਜਾਬ ਦੇ ਵਿੱਚ ਤਬਦੀਲੀ ਕਿਵੇਂ ਆਏਗੀ। ਇਹ ਚੁਣੌਤੀ ਹੈ ਭਗਵੰਤ ਮਾਨ ਜੀ ਕੋਲ, ਔਰ ਉਹਨਾਂ ਨੇ ਤੈਅ ਕਰਨਾ ਹੈ ਕਿ ਐਵੇਂ ਕਦੇ ਚੰਡੀਗੜ੍ਹ ਚੱਕ ਲੈ, ਕਦੇ ਪੀਐਮਬੀ, ਇਹਦੇ ਨਾਲ ਨਹੀਂ ਹੋਣਾ। ਕਦੇ ਹੱਥ ਜੋੜ ਲੈ ਪ੍ਰਧਾਨ ਮੰਤਰੀ ਦੇ ਅੱਗੇ। ਤੁਸੀਂ ਇੱਕ ਪਲਾਨ ਬਣਾਓ ਕਿ ਆਹ ਸਾਡੀ ਪਲਾਨ ਹੈ, ਅਸੀਂ 6 ਮਹੀਨਿਆਂ 'ਚ ਆ ਕਰਨਾ, ਸਾਲ 'ਚ ਆ ਕਰਨਾ, 1.5 ਸਾਲ 'ਚ ਆ ਕਰਨਾ। ਪਬਲਿਕ ਨੂੰ ਪਤਾ ਹੋਵੇ ਕਿ ਜੀ 6 ਮਹੀਨੇ ਬਾਅਦ ਤੁਸੀਂ ਨਾਪ ਕੇ ਦੇਖਿਓ ਆ ਹੋਇਆ ਕਿ ਨਹੀਂ ਹੋਇਆ। ਨਹੀਂ ਤਾਂ ਕੀ ਹੋਣਾ ਤੁਸੀਂ ਦੇਖਿਓ 2-3 ਮਹੀਨਿਆਂ 'ਚ ਲੋਕਾਂ ਨੇ ਨਾਰਾਜ਼ ਹੋ ਜਾਣਾ। ਉਹਨਾਂ ਨੇ ਕਿਹਾ ਐਵੇਂ ਵਾਅਦੇ ਕਹੀ ਜਾਂਦੇ ਆ, ਪੈਸੇ ਲੈਣੇ ਤਾਂ ਬੰਦ ਨਹੀਂ ਹੋਏ, ਫਲਾਣਾ ਨਹੀਂ ਬੰਦ ਹੋਇਆ। ਉਹਦੇ 'ਚ ਵੀ ਨੁਕਸਾਨ ਹੈ। ਜੇ ਇੰਨਾ ਵੱਡਾ ਤੂਫਾਨ ਆਇਆ ਹੋਵੇ ਉਹਦੇ 'ਚੋਂ ਨਿਕਲੇ ਕੱਖ ਨਾ, ਔਲੇ ਪੈ ਜਾਣ, ਮੀਂਹ ਤਾਂ ਚੰਗਾ ਪਵੇ ਨਾ, ਔਲੇ ਪੈ ਜਾਣ ਉੱਤੋਂ, ਤੇ ਫਿਰ ਫਾਇਦਾ ਕੀ ਹੋਇਆ? ਤੁਸੀਂ ਠੀਕ ਆਖ ਰਹੇ ਹੋ। ਇਸ ਤੋਂ ਵੀ ਅਹਿਮ ਸਵਾਲ ਇਹ ਹੈਗਾ ਕਿ ਜਿਵੇਂ ਕਰਪਸ਼ਨ ਦੇ ਖਿਲਾਫ ਹੈਲਪਲਾਈਨ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਸਾਰਿਆਂ ਨੂੰ ਪਤਾ ਹੈ
ਕਿ ਵੀਡੀਓ ਆਡੀਓ ਕਿਤੇ ਵੀ ਬਣ ਸਕਦੀ ਹੈ ਤਾਂ ਲੋਕ ਸਤਰਕ ਹੋਣਗੇ, 2-4 ਮਹੀਨੇ ਤੱਕ ਸ਼ਾਂਤ ਹੋ ਜੂ ਸਾਰਾ ਕੁਝ, ਲੇਕਿਨ ਤੰਤਰ ਜਿਹੜਾ ਕਿਸੇ ਹੋਰ ਤਰੀਕੇ ਨਾਲ ਚੱਲਣਾ ਸ਼ੁਰੂ ਹੋ ਜਾਏਗਾ, ਨੋ ਡਾਊਟ। ਪਰ ਮੈਂ ਇਹ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਇੱਕ ਪਾਰਟੀ ਲੈ ਕੇ ਆਏ ਸੀਗੇ ਜਿਹਦੀ ਮੇਰੇ ਖਿਆਲ ਰਜਿਸਟ੍ਰੇਸ਼ਨ ਹੁਣ ਹੋ ਹੀ ਗਈ ਹੈ ਤਕਰੀਬਨ, ਸਿਆਸੀ ਪਾਰਟੀ ਦੀ। ਆਉਂਦੇ ਸਮੇਂ 'ਚ ਪੰਜਾਬ ਦੀ ਆਉਂਦੇ ਸਮੇਂ 'ਚ ਪੰਜਾਬ ਦੀ ਰਾਜਨੀਤੀ ਕਿਹੋ ਜਿਹੀ ਹੋਣ ਵਾਲੀ ਆ? ਜਿਹੜੀਆਂ ਦੋਵੇਂ ਰਵਾਇਤੀ ਪਾਰਟੀਆਂ, ਇੱਕ ਤਾਂ ਲਗਭਗ 3 ਸੀਟਾਂ ਤੱਕ ਸਿਮਟਣ ਤੋਂ ਬਾਅਦ ਅਜੇ ਤੱਕ ਵੀ ਸਵੈ ਮੁਲਾਂਕਣ ਵੱਲ ਤੁਰੀ ਨਹੀਂ। ਅਕਾਲੀ ਦਲ ਬਾਦਲੋਂ ਕਮੇਟੀਆਂ ਬਣਾਉਣ ਤੱਕ ਹੀ ਰੁਚਿਤ ਹੈਗੇ ਆ, ਉਹ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਦੀਆਂ ਗਲਤੀਆਂ ਕਿਹੜੀਆਂ, ਹਾਲਾਂਕਿ ਹਰੇਕ ਬੱਚੇ ਦੀ ਜ਼ੁਬਾਨ ਤੇ ਆ ਕਿ ਕਿੱਥੇ ਕਿੱਥੇ ਇਹ ਫਿਸਲੇ। ਕਾਂਗਰਸ ਆਪਣੀ ਲੜਾਈ ਅੱਗੇ ਨਾਲੋਂ ਵੀ ਜ਼ਿਆਦਾ ਵੱਡੀ ਕਰ ਲੂਗੀ, ਇੰਜ ਦੇ ਹਾਲਾਤ ਬਣਦੇ ਜਾ ਰਹੇ। ਸੋ ਪਹਿਲਾਂ ਤਾਂ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਕਿਸ ਤਰ੍ਹਾਂ ਦਾ ਹੋਊਗਾ? ਜਿਹੜੀ ਏਡੀ ਭਰਮੀ ਬਹੁਮਤ ਦੇ ਸਾਹਮਣੇ ਵਿਰੋਧੀ ਧਿਰ ਦੀ ਭੂਮਿਕਾ ਉਹ ਕੌਣ ਪਲੇ ਕਰੂਗਾ, ਕੌਣ ਨਿਭਾਊਗਾ? ਇੱਕ ਤਾਂ ਇਹ ਸਵਾਲ। ਦੂਜੀ ਗੱਲ ਕਿ ਭਗਵੰਤ ਮਾਨ ਹੁਣ ਕੀ ਕਰਨ, ਕਰਜ਼ਈ ਪੰਜਾਬ ਨੂੰ ਕਿੱਦਾਂ ਖੜਾ ਕਰਨ? ਉਹ ਪੰਜਾਬ ਜਿਹਦੀ ਇੰਡਸਟਰੀ ਆਲਰੇਡੀ ਸ਼ਿਫਟ ਹੋ ਗਈ ਦੂਜੇ ਰਾਜਾਂ ਨੂੰ, ਇੱਥੇ ਬਚਿਆ ਕੱਖ ਨਹੀਂ। ਉਹ ਪੰਜਾਬ ਜਿਹਨੂੰ ਕਾਰਪੋਰੇਟਸ ਲਈ ਨੋ ਕਹਿਤਾ ਗਿਆ, ਜਿਹਨੇ ਟੋਟਲ ਕਿਸਾਨੀ ਮੂਵਮੈਂਟ ਦੌਰਾਨ ਪੂਰੀ ਤਰ੍ਹਾਂ ਕਾਰਪੋਰੇਟਸ ਦਾ ਮੂੰਹ ਬੰਦ ਕਰਤਾ, ਸ਼ਾਇਦ ਕੋਈ ਆਉਣ ਲਈ ਤਿਆਰ ਨਹੀਂ। ਤੇ ਉਹ ਵੀ ਪੰਜਾਬ ਜਿਹੜਾ ਖੇਤੀ ਦੇ ਵਿੱਚ ਸੈਚੂਰੇਸ਼ਨ ਦੇਖ ਰਿਹਾ, ਜਿੱਥੇ ਖੜੋਤ ਆ ਚੁੱਕੀ ਆ, ਜਿਹਦੇ ਬੱਚੇ ਬਾਹਰ ਜਾ ਰਹੇ ਨੇ ਤਾਂ ਜਾ ਚੁੱਕੇ ਨੇ, ਉਹ ਪੰਜਾਬ ਹੁਣ ਭਗਵੰਤ ਮਾਨ ਕਿਵੇਂ ਡਰਾਈਵ ਕਰਕੇ ਅੱਗੇ ਲੈ ਕੇ ਜਾਵੇ? ਕੋਈ ਤੁਹਾਡੇ ਕੋਲ ਬਲੂਪ੍ਰਿੰਟ ਹੈਗਾ? ਦੋ ਸਵਾਲ ਕਿ ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਕਿਸ ਤਰ੍ਹਾਂ ਦਾ ਹੋਏਗਾ, ਭਾਰੀ ਬਹੁਮਤ ਦੇ ਸਾਹਮਣੇ ਵਿਰੋਧੀ ਧਿਰ ਕਿਹੋ ਜਿਹੀ ਹੋ ਸਕਦੀ ਆ, ਕੀ ਕੋਈ ਸ਼ੈਡੋ ਜੇ ਕਾਂਗਰਸ ਨਹੀਂ ਪਲੇ ਕਰਦੀ ਤਾਂ ਤੁਸੀਂ ਜਾਂ ਤੁਹਾਡੇ ਵਰਗੇ ਲੋਕ ਕੋਈ ਪਾਵਰ ਸੈਂਟਰ ਇੰਜ ਦਾ ਬਣਾ ਸਕਦੇ ਜਿਹਨੂੰ ਪ੍ਰੈਸ਼ਰ ਗਰੁੱਪ ਕਹਿੰਦੇ? ਤੇ ਦੂਜੀ ਗੱਲ ਕਿ ਭਗਵੰਤ ਮਾਨ ਕੀ ਕਰੇ ਕਿ ਮਰੇ ਹੋਏ ਪੰਜਾਬ ਦੇ ਮੂੰਹ 'ਚ ਪਾਣੀ ਪਵੇ? ਦੇਖੋ, ਪਹਿਲੀ ਗੱਲ ਤਾਂ ਹੈ ਇਸੇ ਕਰਕੇ ਪਾਰਟੀ ਰਜਿਸਟਰ ਕੀਤੀ ਹੈ, ਇਸੇ ਕਰਕੇ ਬੰਦੇ ਨਹੀਂ ਸੀ ਖੜੇ ਕੀਤੇ ਅਸੀਂ, ਕਿਉਂਕਿ ਬਹੁਤ ਜ਼ਿਆਦਾ ਘਮਸਾਨ, ਬਹੁਤ ਜ਼ਿਆਦਾ ਜਦੋਂ ਜਦ ਹੋ ਚੁੱਕਿਆ ਸੀ ਪੋਲਿਟਿਕਸ ਦੇ ਵਿੱਚ, ਜਿਹਦੇ 'ਚ ਜਾ ਕੇ ਉਸ ਵੇਲੇ ਵੜਨ ਦਾ ਕੋਈ ਫਾਇਦਾ ਨਹੀਂ ਸੀ। ਪੰਜਾਬ ਨੇ ਤਕਰੀਬਨ ਮਨ ਬਣਾ ਲਿਆ ਸੀ, ਨਜ਼ਰ ਆ ਰਿਹਾ ਸੀ, ਇਹ ਨਹੀਂ ਸੀ ਪਤਾ ਕਿ ਇੰਨੀ ਜ਼ਿਆਦਾ ਹਨੇਰੀ ਆਏਗੀ। ਇਸ ਵੇਲੇ ਵਿਪਕਸ਼ ਦੀ ਜਿਹੜੀ ਜਗ੍ਹਾ ਹੈ ਉਹ ਪੰਜਾਬ 'ਚ ਖਾਲੀ ਹੈ, ਕਿਉਂਕਿ ਵੱਡੇ ਲੀਡਰ ਸਾਰੇ ਹਾਰ ਗਏ। ਉਹ ਜੋ ਮਰਜ਼ੀ ਹੁਣ ਕਹੀ ਜਾਣ, ਉਹਨਾਂ ਕੋਲ ਮੋਰਲ ਅਥਾਰਟੀ ਨਹੀਂ ਹੈ ਆ ਕੇ ਪਬਲਿਕ ਦੇ ਅੱਗੇ ਆ ਕੇ ਕੋਈ ਨਵਾਂ ਬਲੂਪ੍ਰਿੰਟ, ਮੇਰੀ ਜੀ ਆਹ ਪਲਾਨ ਹੈ, ਉਹ ਪਲਾਨ ਹੈ, ਉਹ ਨਕਾਰ ਦਿੱਤੀਆਂ ਉਹਨਾਂ ਦੀਆਂ ਪਲਾਨਾਂ। ਸੋ ਇਸੇ ਕਰਕੇ ਵਿਪਕਸ਼ ਦੀ ਜਗ੍ਹਾ ਲੈਣ ਲਈ ਅਸੀਂ ਹੌਲੀ ਹੌਲੀ ਉਹ ਜਗ੍ਹਾ ਭਰਾਂਗੇ। ਉਹ ਜਗ੍ਹਾ ਦੇ ਵਿੱਚ ਚੰਗੇ ਬੰਦੇ ਸਾਰੇ ਪਾਰਟੀਆਂ 'ਚ ਨੇ, ਘੁਟਨ ਮਹਿਸੂਸ ਕਰ ਰਹੇ ਨੇ, ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਆਪਣੇ ਨਾਲ ਜੋੜਨ ਦੀ, ਜਿਹੜੇ ਉਹਦੇ 'ਚੋਂ ਚੰਗੇ ਬੰਦੇ ਨੇ। ਬਲੂਪ੍ਰਿੰਟ ਤਾਂ ਰੰਧਾਵਾ ਸਾਹਿਬ ਬੜਾ ਸਿੱਧਾ ਹੈ। ਅੱਜ ਹੀ ਮੇਰੇ ਕੋਲ ਇੱਕ ਪੰਜਾਬ ਦੇ ਸਾਡੇ ਨਾਲ ਪੁਰਾਣੇ ਜੁੜੇ ਹੋਏ ਸੀ ਇੰਡਸਟਰੀਅਲਿਸਟ ਵੀ ਨੇ, ਉਹਨਾਂ ਨੇ ਤਰੀਕਾ ਕੱਢਿਆ ਹੈ ਕਿ ਪਰਾਲੀ ਨੂੰ ਕਿਵੇਂ ਉਹਦੇ 'ਚੋਂ ਗੈਸ ਬਣਾਉਣੀ ਹੈ, ਉਹਦੇ 'ਚੋਂ ਕੰਪੋਸਟ ਬਣਾਉਣੀ ਹੈ। ਉਹ ਮਾਡਲ ਨੂੰ ਵੱਡਾ ਕਰਕੇ ਜੋੜਨਾ ਚਾਹੁੰਦੇ ਆ। ਉਹਨਾਂ ਕੋਲ ਬਲੂਪ੍ਰਿੰਟ ਵੀ ਹੈ, ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਆ ਵੱਡੇ ਇੰਡਸਟਰੀਅਲ ਗਰੁੱਪਸ ਨਾਲ ਜੋੜਨ ਦੀ, ਤਾਂ ਕਿ ਜਿਹੜੇ ਬੰਦੇ ਵੱਡੀਆਂ ਵੱਡੀਆਂ ਮਾਲਸ ਖੋਲ ਰਹੇ ਆ ਉਹ ਕਿਵੇਂ ਪੰਜਾਬ ਤੋਂ ਖਰੀਦ ਸਕਣ। ਦੇਖੋ, ਸਾਨੂੰ ਇਲਾਜ ਲੱਭਣੇ ਪੈਣੇ ਆ ਸਰਕਾਰ ਤੋਂ ਬਾਹਰੋਂ, ਸਰਕਾਰ ਦੇ ਅੰਦਰੋਂ ਇਲਾਜ ਲੱਭਣੇ ਬੜੇ ਔਖੇ ਆ। ਖੁੰਡੀ ਹੋ ਚੁੱਕੀ ਹੈ ਸਰਕਾਰ, ਉਹ ਹਥਿਆਰ ਸਾਰੇ ਖੁੰਡੇ ਨੇ ਉਹਨਾਂ ਦੇ। ਜਾਂ ਤਾਂ ਕੋਈ ਬਹੁਤ ਵੱਡਾ ਤਜਰਬੇਦਾਰ ਬੰਦਾ ਚੀਫ ਮਿਨਿਸਟਰ ਪੰਜਾਬ 'ਚ ਹੁੰਦਾ, ਜਿਹੜਾ ਆ ਕੇ ਲੱਗਦਾ ਝਾੜੂ ਫੇਰ ਰਿਹਾ। ਝਾੜੂ ਤਾਂ ਹੈਗੇ ਇਹਨਾਂ ਕੋਲ, ਹਲੇ ਫਿਰਦਾ ਨਹੀਂ ਨਜ਼ਰ ਆ ਰਿਹਾ ਝਾੜੂ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤਬਦੀਲੀ ਦੀ ਜਿਹੜੀ ਕੋਸ਼ਿਸ਼ ਹੈ ਉਹ ਸਰਕਾਰ ਦੇ ਬਾਹਰੋਂ ਮਾਡਲ ਤਿਆਰ ਕਰੀਏ, ਲੋਕਾਂ ਦੇ ਅੱਗੇ ਲੈ ਕੇ ਜਾਈਏ। ਦੇਖੋ ਜੀ, ਆ 1000 ਕਿੱਲੇ 'ਚ, 2000 ਕਿੱਲੇ 'ਚ, 5000 ਕਿੱਲੇ 'ਚ ਆ ਹੋ ਰਿਹਾ। ਇਨਵੈਸਟਮੈਂਟ ਉਹਦੇ ਨਾਲ ਹੀ ਜੁੜੂਗੀ, ਉਹਦੇ ਨਾਲ ਹੀ ਨੌਕਰੀਆਂ ਜੁੜਨਗੀਆਂ। ਪੰਜਾਬ 'ਚੋਂ ਤੁਸੀਂ ਖੇਤੀਬਾੜੀ ਨਹੀਂ ਕੱਢ ਸਕਦੇ, ਖੇਤੀਬਾੜੀ ਪੰਜਾਬ ਨਾਲ ਜੁੜੀ ਰਹਿਣੀ ਹੈ। ਪੰਜਾਬ ਲੈਂਡ ਲੌਕਡ ਹੈ, ਇਹਨੂੰ ਇੱਕਦਮ ਤੁਸੀਂ ਹੈਵੀ ਇੰਡਸਟਰੀ ਨਹੀਂ ਲਿਆ ਸਕਦੇ। ਇਹਦੇ 'ਚ ਇੰਡਸਟਰੀ ਵੀ ਉਹ ਆਏਗੀ ਜਿਹਦੇ 'ਚ ਵੈਲਿਊ ਐਡੀਸ਼ਨ ਹੋਵੇ, ਜਿਹੜਾ ਹਵਾਈ ਜਹਾਜ਼ ਦੇ ਰਸਤੇ ਬਾਹਰ ਜਾ ਸਕਣ ਚੀਜ਼ਾਂ। ਪੰਜਾਬ ਨੂੰ ਹਵਾਈ ਰਸਤੇ ਤੇ ਅਸੀਂ ਜੋੜ ਸਕੀਏ ਮਾਰਕੀਟਾਂ ਨਾਲ। ਉਹ ਹੌਲੀ ਹੌਲੀ ਹੋਏਗਾ ਹੁਣ, ਕਿਉਂਕਿ ਅਸੀਂ ਤਾਂ ਸਰਕਾਰ 'ਚ ਨਹੀਂ ਹੈ ਔਰ ਸਰਕਾਰ ਦਾ ਦਰਵਾਜ਼ਾ ਖੜਕਾ, ਉਹ ਆਪਣੇ ਆਪ 'ਚ ਬਿਜ਼ੀ ਨੇ। ਜੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਵਰਗੇ ਬੰਦਿਆਂ ਨਾਲ ਉਹ ਗੱਲ ਕਰਨਾ ਚਾਹੁੰਦੇ, ਅਸੀਂ ਕਰਾਂਗੇ ਉਹਨਾਂ ਨਾਲ ਗੱਲ। ਲੇਕਿਨ ਜੇ ਉਹਨਾਂ ਨੇ ਡਰਾਮੇਬਾਜ਼ੀ ਹੋਈ ਕਰੀ ਜਾਣੀ ਹੈ ਔਰ ਦਿੱਲੀ ਦੇ ਇਸ਼ਾਰਿਆਂ ਤੇ ਚੱਲਣਾ ਹੈ, ਫਿਰ ਤਾਂ ਅਸੀਂ ਆਪਣਾ ਕੰਮ ਕਰੀ ਜਾਵਾਂਗੇ, ਲੋਕਾਂ ਦੇ ਅੱਗੇ ਰੱਖਾਂਗੇ। 2-4 ਮਹੀਨੇ ਬਾਅਦ ਲੋਕ ਆਪੇ ਦੇਖਣਗੇ ਕਿ ਆਹ ਹੈ ਮਾਡਲ ਗੱਲਾਂ ਦਾ ਮਾਡਲ ਨਹੀਂ ਹੈ, ਕਰਕੇ ਦਿਖਾਵਾਂਗੇ ਉਹਨਾਂ ਨੂੰ ਕਿਵੇਂ ਹੁੰਦਾ ਹੈ। ਤਾਂ ਉਹਦੇ ਵਿੱਚੋਂ ਫਿਰ ਵਿਪਕਸ਼ ਚੋਂ ਪੰਜਾਬ ਦੀ ਜਿਹੜੀ ਭਵਿੱਖ ਦੀ ਰਾਜਨੀਤੀ ਹੈ ਉਹ ਇਹਦੇ ਚੋਂ ਨਿਕਲਣੀ ਹੈ। ਦੇਖੋ, ਪੰਜਾਬ ਇੱਕ ਜਿਵੇਂ ਉਹ ਪੁਰਾਣੇ ਘੰਟੇ ਹੁੰਦੇ ਸੀ ਨਾ, ਉਹਦੇ 'ਚ ਪੈਂਡੂਲਮ ਘੁੰਮਦਾ ਹੈ।
ਉਹ ਹਾਂ ਇਧਰੋਂ ਘੁੰਮ ਕੇ ਮਹਾਰਾਜਿਆਂ ਤੋਂ ਘੁੰਮ ਕੇ ਚਲਾ ਗਿਆ ਉਹ ਆਮ ਆਦਮੀ ਕੋਲ। ਹੁਣ ਉਹ ਆਉਣਾ ਹੈ ਕਿਤੇ ਅੱਧ ਵਿਚਾਲੇ ਜਿੱਥੇ ਪੰਜਾਬ ਹੈ, ਉਹ ਅਗਲੀ ਵਾਰ ਆਏਗਾ। ਉਹਦੇ ਚ ਹੁਣ ਸਮੇਂ ਨਿਕਲ ਜਾਏਗਾ, ਹੋ ਉਮੀਦ ਕਰਦੇ ਆ ਸਮੇਂ ਖਰਾਬ ਨਹੀਂ ਹੋਊਗਾ। ਪਰ ਇਹ ਪੰਜਾਬ ਨੇ ਆਪਣਾ ਜਿਹੜਾ ਮੱਧਾ ਹੈ ਨਾ, ਉਹ ਹਲੇ ਇਖਤਿਆਰ ਕਰਨਾ ਹੈ। ਇਹ ਉਤੋਂ ਗੁੱਸੇ ਚੋਂ ਇੱਕ ਪਾਸੇ ਤੋਂ ਦੂਜੇ ਚਲੇ ਗਏ। ਐਕਸਲ ਰੌਡ ਐਡਵਾਈਜ਼ਰ ਰਿਹਾ ਓਬਾਮਾ ਸਾਹਿਬ ਦਾ, ਜਿਹੜੇ ਪ੍ਰੈਜ਼ੀਡੈਂਟ ਸੀ, ਰਾਸ਼ਟਰਪਤੀ, ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਸੀ ਸ਼ਿਕਾਗੋ ਤੋਂ ਲਾ ਕੇ ਜਦੋਂ ਸੈਨੇਟਰ ਬਣੇ। ਉਹਨਾਂ ਨੇ ਆਪਣੀ ਕਿਤਾਬ 'ਚ ਇੱਕ ਬੜੀ ਦਿਲਚਸਪ ਗੱਲ ਲਿਖੀ ਹੈ। ਕਹਿੰਦੇ ਅਮਰੀਕਾ ਦੇ ਵਿੱਚ ਹਰੇਕ ਇਲੈਕਸ਼ਨ ਦੇ ਵਿੱਚ ਲੋਕ ਇਹ ਚਾਹੁੰਦੇ ਆ ਕਿ ਜਿਹੜਾ ਪਹਿਲਾ ਰਾਸ਼ਟਰਪਤੀ ਸੀ ਉਦੋਂ ਉਲਟ ਰਾਸ਼ਟਰਪਤੀ ਲੈਣਾ। ਜੇ ਨਿਕਸਨ ਆਇਆ ਤਾਂ ਫਿਰ ਤੁਸੀਂ ਇੱਕ ਫਾਰਮਰ ਕਾਰਟਰ ਕੱਢ ਲਿਆਂਦਾ ਜਾਰਜੀਆ ਚੋਂ, ਉਹਦੇ ਨਾਲ ਗੁੱਸੇ ਹੋ ਗਏ ਤਾਂ ਇੱਕ ਫਿਲਮ ਐਕਟਰ ਕੱਢ ਲਿਆਂਦਾ ਰੇਗਨ ਕੈਲੀਫੋਰਨੀਆ ਚੋਂ। ਇਵੇਂ ਬੁਸ਼ ਜਦ ਸੈਕੰਡ ਜਨਰੇਸ਼ਨ ਪੋਲਿਟਿਕਸ ਦੇ ਵਿੱਚ ਉਹਨਾਂ ਨਾਲ ਗੁੱਸੇ ਹੋਏ ਤਾਂ ਓਬਾਮਾ ਇੱਕ ਬਲੈਕ ਅਫਰੀਕਨ ਨੂੰ ਬਣਾ ਦਿੱਤਾ। ਉਹਦੇ ਤੋਂ ਨਾਰਾਜ਼ ਹੋ ਕੇ ਟਰੰਪ ਨੂੰ ਕੱਢ ਲਿਆ, ਦੱਸੋ, ਪ੍ਰਾਪਰਟੀ ਡੀਲਰ। ਸੋ ਇਸ ਕਰਕੇ ਇਹ ਇੱਕ ਤਾਂ ਅਸਲੀ ਮਹਾਰਾਜਾ ਸੀ ਜਿਹੜੇ ਕੈਪਟਨ ਕਹਿੰਦੇ ਆਪਣੇ ਆਪ ਨੂੰ, ਇੱਕ ਨਕਲੀ ਮਹਾਰਾਜਾ ਨੇ ਜਿਹੜੇ ਬਣਨਾ ਚਾਹੁੰਦੇ ਮਹਾਰਾਜੇ। ਉਹ ਮਹਾਰਾਜਿਆਂ ਤੋਂ ਗਈ ਹੈ ਹੁਣ ਆਮ ਆਦਮੀ ਕਨੀ। ਲੇਕਿਨ ਅਸਲ ਸੰਤੁਲਨ ਆਏਗਾ ਜਦ ਪੰਜਾਬ ਮੱਧੇ ਚ ਆ ਜਾਏਗਾ, ਔਰ ਉਹ ਮੱਧੇ ਚ ਤਾਂ ਆਏਗਾ ਇਹ ਗੁੱਸਾ ਕੱਢਣ ਦੇ ਬਾਅਦ। ਉਹ ਗੁੱਸਾ ਹੁਣ ਨਿਕਲ ਗਿਆ, ਲੇਕਿਨ ਉਹ ਗੁੱਸੇ ਦਾ ਜਵਾਬ ਦੇਣਾ ਪੈਣਾ ਆਮ ਆਦਮੀ ਪਾਰਟੀ ਨੂੰ ਕਿ ਕਰਕੇ ਦਿਖਾਉਣ। ਜੇ ਨਹੀਂ ਹੁੰਦਾ, ਲੋਕ ਕਹਿੰਦੇ ਆ ਜੀ ਇਹਨਾਂ ਨੂੰ 6 ਮਹੀਨੇ ਦੇ ਦਿਓ, ਇਹਨਾਂ ਨੂੰ ਸਾਲ ਦੇ ਦਿਓ। ਮੈਂ ਕਿਹਾ ਕਿਉਂ ਦੇ ਦਈਏ? ਜੇ ਇਹਨਾਂ ਦੀ 56-60 ਸੀਟਾਂ ਆਈ ਜਾਂਦੀਆਂ, ਇਹਨਾਂ ਨੂੰ 6 ਮਹੀਨੇ ਦੇ ਦਿੰਦੇ। ਪੰਜਾਬ ਨੇ 92 ਸੀਟਾਂ ਦੇ ਕੇ, ਉਹ ਕਹਿੰਦੇ ਇਹ ਤਾਂ ਸਕਾਲਰਸ਼ਿਪ ਕੇਸ ਹੈ ਜੀ। ਸਕਾਲਰਸ਼ਿਪ ਕੇਸ ਆ, ਤੁਸੀਂ ਸਵਾਲ ਕਿਉਂ ਨਾ ਪੁੱਛੀਏ? ਫਿਰ ਜਿਹੜਾ ਸਟੂਡੈਂਟ 92% ਨੰਬਰ ਲੈ ਲੈਂਦਾ ਹੈ, ਉਹਨੂੰ ਅਸੀਂ ਪੁੱਛੀਏ ਕੋਈ ਨਾ, ਭਾਈ ਆ ਜਵਾਬ ਦੇਈ ਜਰਾ, ਭੂਗੋਲ ਦਾ ਇਹਦਾ ਕੀ ਹੈ? ਉਹਦੇ ਕੋਲ ਤਾਂ ਜਵਾਬ ਹੋਣੇ ਚਾਹੀਦੇ ਆ ਨਾ। ਤਾਂ ਇਸ ਕਰਕੇ ਇਹ ਕੋਈ ਸਧਾਰਨ ਤਬਦੀਲੀ ਨਹੀਂ ਆਈ ਪੰਜਾਬ ਦੇ ਵਿੱਚ, ਇਹ ਬਹੁਤ ਜ਼ਿਆਦਾ ਤਬਦੀਲੀ ਹੈ ਜੀ। ਤੁਸੀਂ ਇੱਕ ਅਲਜਬਰੇ ਵਰਗਾ ਸਵਾਲ ਪਾਤਾ। ਤੁਸੀਂ ਇਹ ਕਹਿਤਾ ਕਿ ਭਗਵੰਤ ਮਾਨ ਕਰੇ। ਤੁਹਾਨੂੰ ਯਾਦ ਹੀ ਹੋਣਾ ਹੈ ਕਿ ਜਦੋਂ ਸੁਖਪਾਲ ਸਿੰਘ ਖਹਿਰਾ LOP ਸੀਗੇ ਤਾਂ ਕਿੰਨੀ ਕੁ ਚੱਲ ਸਕੀ। ਉਸ ਤੋਂ ਪਹਿਲਾਂ ਫੂਲਕਾ ਵੀ ਥੋੜੀ ਘੁੱਟਣ ਨਾਲ ਬਾਹਰ ਚਲੇ ਗਏ। ਉਸ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ, ਛੋਟੇਪੁਰ, ਗਾਂਧੀ, ਕਈ ਕੁਝ ਹੋਇਆ। ਤੁਹਾਨੂੰ ਲੱਗਦਾ ਭਗਵੰਤ ਮਾਨ ਜੇ ਭੋਰਾ ਜਿੰਨਾ ਵੀ ਥਿੜਕੇ ਕੇਜਰੀਵਾਲ ਦੀ ਸੋਚ ਤੋਂ ਜਾਂ ਉਹਨਾਂ ਦੇ ਅਨੁਸਾਰ ਨਹੀਂ ਚੱਲੇ ਤਾਂ ਉਹ 92 ਸੀਟਾਂ ਕੇਜਰੀਵਾਲ ਦੇ ਆਲੇ ਦੁਆਲੇ ਘੁੰਮਦੀਆਂ? ਕੀ ਭਗਵੰਤ ਮਾਨ ਰਿਵੋਲਟ ਕਰਕੇ 59 ਬੰਦੇ ਆਪਣੇ ਨਾਲ ਤੋਰ ਸਕਣਗੇ? ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਿਰਫ ਦਿੱਲੀ ਵੱਲ ਨਾ ਦੇਖੇ, ਮੈਨੂੰ ਲੱਗਦਾ ਇਹ ਸਵਾਲ ਤੁਸੀਂ ਔਖਾ ਜਿਹਾ ਪਾਈ ਜਾਂਦੇ ਹੋ। ਔਖਾ ਹੈ ਵਿਰੋਧ ਕਰਨਾ ਕੇਜਰੀਵਾਲ ਦਾ। ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਰਹਿਣ ਲਈ ਉਹਨਾਂ ਹੀ ਪੈੜਾਂ ਥਾਣੀ ਆਉਣਾ ਪੈਣਾ। ਉਹੀ ਰਸਤੇ ਨੇ, ਉਹੀ ਦਰਵਾਜ਼ੇ ਨੇ। ਕੀ ਕਹਿੰਦੇ ਹੋ? ਦੇਖੋ, ਇਹ ਕਾਂਗਰਸ ਕਿਵੇਂ ਟੁੱਟੀ, ਕਿਵੇਂ ਮਮਤਾ ਛੱਡ ਕੇ ਗਈ, ਕਿਵੇਂ ਸ਼ਰਦ ਪਵਾਰ ਗਿਆ ਸੀ। ਜਿਹੜੇ ਵੱਡੇ ਲੀਡਰ ਹੁੰਦੇ ਆ, ਜਿਹੜੇ ਜ਼ਮੀਨ ਨਾਲ ਜੁੜੇ ਹੋਏ ਆ, ਉਹਨਾਂ ਨੂੰ ਨਾਲ ਰੱਖਣ ਲਈ ਬਹੁਤ ਫਰਾਕਦਲੀ ਹੋਣੀ ਚਾਹੀਦੀ ਹੈ ਉੱਪਰਲੇ ਲੀਡਰਾਂ 'ਚ। ਕਾਂਗਰਸ 'ਚੋਂ ਦੁੱਕੀਆਂ ਤਿੱਕੀਆਂ ਕਿਉਂ ਬਚੀਆਂ? ਕਿਉਂਕਿ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੇ ਵਿੱਚ ਉਹ ਫਰਾਕਦਲੀ ਨਹੀਂ ਹੈ। ਜਿਹੜੇ ਥੋੜੇ ਬਚੇ ਸੀ ਉਹ ਵੀ ਗਰੁੱਪ ਆਫ 23 ਬਣੇ ਬੈਠੇ ਆ। ਜਿਹੜੇ ਬਾਕੀ ਤੇ ਉਹਨਾਂ ਦੇ ਤਾਂ ਨਾਂ ਹੀ ਨਹੀਂ ਪਤਾ ਕਿਸੇ ਨੂੰ। ਇਹ ਕੇਜਰੀਵਾਲ ਸਾਹਿਬ ਨੇ ਤੈਅ ਕਰਨਾ ਹੈ ਕਿ ਤੁਸੀਂ ਪੰਜਾਬ ਨੂੰ ਸੀੜੀ ਬਣਾ ਕੇ ਉੱਪਰਲੀ ਲੜਾਈ ਲੜਨੀ ਹੈ, ਜਾਂ ਤੁਸੀਂ ਇਹ ਮੰਨ ਲੈਣਾ ਹੈ ਕਿ ਭਗਵੰਤ ਮਾਨ ਦਾ ਵੀ ਕੋਈ ਇੱਕ ਸਟੇਟਸ ਹੈਗਾ ਪੰਜਾਬ ਦੇ ਵਿੱਚ, ਸਾਨੂੰ ਉਹਨੂੰ ਪੁੱਛ ਕੇ ਚੱਲਣਾ ਪਏਗਾ, ਉਹਨੂੰ ਇੱਜ਼ਤ ਮਾਨ ਦੇ ਨਾਲ ਉਹਨੂੰ ਖੁੱਲੀ ਛੁੱਟੀ ਦੇਣੀ ਪਏਗੀ। ਜੇ ਉਹ ਨਹੀਂ ਦੇਣਗੇ ਤਾਂ ਭਗਵੰਤ ਮਾਨ ਜੁੜੇ ਹੋਏ ਨੇ ਜ਼ਮੀਨ ਦੇ ਨਾਲ। ਹੋ ਸਕਦਾ ਕਾਫੀ ਵੋਟਾਂ ਕੇਜਰੀਵਾਲ ਨੂੰ ਪਈਆਂ, ਉਹਨਾਂ ਦੇ ਝਾੜੂ ਨੂੰ ਪਈਆਂ, ਲੇਕਿਨ ਇੱਕ ਵਾਰ ਜਦ ਸੱਤਾ ਆ ਜਾਂਦੀ ਹੈ ਤਾਂ ਚੰਨੀ ਵੀ ਤਾਂ ਉੱਪਰ ਹੋ ਗਏ ਸੀ ਨਾ। ਜਦ ਇੱਕ ਵਾਰ ਤੁਸੀਂ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠ ਜਾਂਦੇ ਹੋ, ਇਹ ਬੜਾ ਤਕੜਾ ਮੌਕਾ ਹੈ। ਇਹ ਹੋ ਸਕਦਾ ਹੈ ਕਿ ਭਗਵੰਤ ਮਾਨ ਠੀਕ ਚੱਲਣ ਲੱਗਣ, ਉਹਨਾਂ ਨੂੰ ਚੱਲਣ ਨਾ ਦਿੱਤਾ ਜਾਵੇ। ਇਹ ਵੀ ਦਿੱਲੀ 'ਚ ਡਰ ਹੋਵੇ ਕਿ ਜੇ ਬਹੁਤ ਜ਼ਿਆਦਾ ਚੱਲ ਪਿਆ ਤਾਂ ਇਹ ਬਾਗੀ ਹੋ ਜਾਊਗਾ। ਇਹ ਦੇਖੋ, ਇਹ ਡਰ ਕਿਸੇ ਵੀ ਸੈਂਟਰਲ ਲੀਡਰਸ਼ਿਪ 'ਚ ਰਹਿੰਦਾ ਹੈ, ਆਪਣੇ ਨਾਲ ਜਿਹੜੇ ਉਹਨਾਂ ਦੇ ਵੱਡੇ ਲੀਡਰ ਹੋਣ। ਤਾਂ ਹੀ ਕਾਂਗਰਸ ਦੀਆਂ 2-2, 3-3 ਧੜੇ ਹੁੰਦੇ ਆ ਹਰੇਕ ਸਟੇਟਾਂ ਦੇ ਵਿੱਚ। ਉਹ ਚੱਲੇ ਜਾਂਦੇ ਆ ਜਦ ਤਾਈਂ ਵੱਡਾ ਲੀਡਰ ਵੱਡਾ ਹੁੰਦਾ ਹੈ, ਉਹ ਜਿਤਾਈ ਜਾਂਦਾ ਹੈ ਉਹਨਾਂ ਨੂੰ। ਲੇਕਿਨ ਜੇ ਲੋਕਲ ਲੀਡਰ ਇਹ ਹੋਵੇ ਕਿ ਮੈਂ ਜਿਤਾ ਸਕਦਾ, ਸੰਗਰੂਰ 'ਚ ਜੇ ਹੁਣ ਪਾਰਲੀਮੈਂਟ ਦੀ ਇਲੈਕਸ਼ਨ ਹੋਊਗੀ 6 ਮਹੀਨਿਆਂ 'ਚ ਹੋ ਜਾਣੀ ਹੈ, ਉਹਦੀ ਸੀਟ ਭਗਵੰਤ ਮਾਨ ਤੈਅ ਕਰਨਗੇ ਜਾਂ ਦਿੱਲੀ ਵਾਲੇ ਕਰਨਗੇ। ਰਾਜ ਸਭਾ ਦੀ ਸੀਟ ਤਾਂ ਹੈ ਨਹੀਂ, ਉਸ ਤੋਂ ਹੀ ਪਤਾ ਲੱਗ ਜਾਏਗਾ ਕੀ ਹੁੰਦਾ ਹੈ। ਕਿਉਂਕਿ ਇੱਕੋ ਹੀ ਸੀਟ ਲੋਕ ਸਭਾ 'ਚ ਹੋਣੀ ਆ ਆਪ ਕੋਲ, ਉਹ ਜਾਣੀ ਹੈ ਸੰਗਰੂਰ 'ਚੋਂ। ਸੋ ਭਗਵੰਤ ਮਾਨ ਕੋਸ਼ਿਸ਼ ਕਰਨਗੇ ਉਹਨਾਂ ਦਾ ਬੰਦਾ ਜਾਵੇ ਉੱਥੇ, ਪਹਿਲੀ ਤਾਂ ਉੱਥੇ ਪਤਾ ਲੱਗੇਗਾ
ਕਿ ਜੀ ਦਿੱਲੀ ਕੀ ਤੈਅ ਕਰਦਾ ਹੈ, ਕਿਉਂਕਿ ਕੱਲਾ ਐਮਪੀ ਜਿਹੜਾ ਦਿੱਲੀ ਜਾਂਦਾ ਹੈ ਉਹ ਛੱਡ ਕੇ ਕਿਸੇ ਵੀ ਪਾਰਟੀ 'ਚ ਜਾ ਸਕਦਾ ਹੈ, ਕਿਤੇ ਵੀ ਮਿਲ ਸਕਦਾ ਹੈ। ਉਹਦੇ ਤੇ ਤਾਂ ਐਂਟੀ ਡਿਫੈਕਸ਼ਨ ਲਾਅ ਲੱਗਦਾ ਨਹੀਂ ਕਿਉਂਕਿ ਕੱਲਾ ਹੀ ਹੈ। ਸੋ ਇਹ ਮੁੱਦੇ ਆਉਣੇ ਆ, ਇਹਦੇ 'ਚ ਕੇਜਰੀਵਾਲ ਸਾਹਿਬ ਦਾ ਵੀ ਇਮਤਿਹਾਨ ਹੈ, ਭਗਵੰਤ ਮਾਨ ਦਾ ਵੀ ਇਮਤਿਹਾਨ ਹੈ। ਮੈਂ ਸਿਰਫ ਇਹ ਕਹਿ ਰਿਹਾ ਕਿ ਪੰਜਾਬ ਦਾ ਨੁਕਸਾਨ ਨਾ ਹੋਵੇ। ਇਹਨਾਂ ਨੂੰ ਇੰਨੀ ਵੱਡਾ ਬਹੁਮਤ ਮਿਲ ਗਿਆ, ਇਹਨਾਂ ਨੂੰ ਬਹੁਤ ਜ਼ਿਆਦਾ ਵਧਾਈ, ਲੇਕਿਨ ਅਸੀਂ ਆਪੋਜੀਸ਼ਨ ਦੀ ਜਗ੍ਹਾ ਲੈ ਕੇ, ਕਿਉਂਕਿ ਆਪੋਜੀਸ਼ਨ ਨਹੀਂ ਬਚੀ, ਅਸੀਂ ਬਾਹਰ ਝੰਡਾ ਗੱਡ ਦਿੱਤਾ, ਉਹ ਝੰਡੇ ਤੋਂ ਮੁੱਦੇ ਚੱਕਾਂਗੇ, ਮੁੱਦੇ ਚੱਕੀ ਜਾਵਾਂਗੇ, ਬਾਰ-ਬਾਰ ਸਵਾਲ ਪੁੱਛਾਂਗੇ, ਬਾਰ-ਬਾਰ ਤਰੀਕੇ ਦੱਸਾਂਗੇ ਕਿਸ ਤਰੀਕੇ ਨਾਲ ਅਸੀਂ ਸਮਝਦੇ ਹਾਂ ਕਰਨਾ ਚਾਹੀਦਾ ਹੈ, ਇਹਨਾਂ ਦੇ ਤਰੀਕੇ ਤੇ ਟਿੱਪਣੀ ਕਰਾਂਗੇ। ਉਹ ਵਿਪਕਸ਼ ਦਾ ਜਿਹੜਾ ਕੰਮ ਹੈ ਉਹ ਹੁਣ ਕਰਨਾ ਪੈਣਾ ਸਾਡੇ ਵਰਗਿਆਂ ਨੂੰ, ਕਿਉਂਕਿ ਵਿਪਕਸ਼ ਹੋ ਗਿਆ ਸਾਫ਼। ਬਿਲਕੁਲ। ਅੱਛਾ, ਮੈਨੂੰ ਇਹ ਜ਼ਰੂਰ ਦੱਸ ਦਿਓ ਜਾਂਦੇ ਜਾਂਦੇ ਕਿ ਅਕਾਲੀ ਦਲ 100 ਸਾਲ ਤੋਂ ਉੱਪਰ ਚਲੇ ਗਿਆ, 101 ਸਾਲਾਂ ਦਾ ਹੋ ਗਿਆ। ਇਹਦੀ ਰਿਵਾਈਵਲ ਤੇ ਇਹਦੀ ਸਰਵਾਈਵਲ, ਇਹਨੂੰ ਦੋਨਾਂ ਨੂੰ ਲੈ ਕੇ ਤੁਹਾਡੇ ਤੌਖਲੇ ਕੀ ਨੇ? ਤੁਹਾਨੂੰ ਲੱਗਦਾ ਕਿ ਮੌਜੂਦਾ ਲੀਡਰਸ਼ਿਪ ਦੇ ਅਗਵਾਈ ਦੇ ਵਿੱਚ ਅਕਾਲੀ ਦਲ ਮੁੜ ਕੇ ਉਹ ਸਨਮਾਨ ਹਾਸਲ ਕਰ ਸਕਦਾ? ਅਕਾਲੀ ਦਲ ਪੰਜਾਬ ਦੀ ਪੋਲਿਟਿਕਸ ਵਿੱਚ ਪ੍ਰਸੰਗਿਕ ਹੋ ਸਕਦਾ? ਇਹ ਸੱਤਾ 'ਚ ਪਰਤ ਸਕਦਾ ਇਸੇ ਲੀਡਰਸ਼ਿਪ ਤੇ ਇਸੇ ਹੀ ਨੀਤੀਆਂ ਦੇ ਚੱਲਦਿਆਂ? ਉਹ ਕਿੰਨੀਆਂ ਸੰਭਾਵਨਾਵਾਂ ਦੇਖਦੇ ਹੋ? ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਵੀ ਡਿਊ ਨੇ, ਔਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਹੋ ਹੀ ਜਾਣੀਆਂ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦੇ ਚੱਲਦਿਆਂ। ਸੋ ਅਕਾਲੀ ਦਲ ਦੀ ਸਰਵਾਈਵਲ ਮੌਜੂਦਾ ਸਮਿਆਂ ਦੇ ਵਿੱਚ ਕਿਵੇਂ ਸੰਭਵ ਹੈ? ਤੇ ਜੇਕਰ ਇਹ ਸਰਵਾਈਵ ਨਹੀਂ ਕਰ ਪਾਉਂਦੇ ਤਾਂ ਬਦਲ ਕੀ ਹੈ? ਕਿਉਂਕਿ ਧਾਰਮਿਕ ਖੇਤਰ ਦੀ ਕੋਈ ਵੀ ਪਾਰਟੀ ਅਜੇ ਹੈ ਨਹੀਂ। ਦੇਖੋ, ਇਹ ਜ਼ਰੂਰ ਹੈ ਕਿ 2 ਵਾਰ ਤੁਸੀਂ ਹਾਰ ਜਾਓ। ਸੁਖਬੀਰ ਬਾਦਲ, ਚਲੋ ਪਿਛਲੀ ਵਾਰ ਤਾਂ ਫਿਰ ਵੀ ਬਾਦਲ ਸਾਹਿਬ ਅੱਗੇ ਸੀ, ਪਰ ਪ੍ਰੈਜ਼ੀਡੈਂਟ ਤਾਂ ਇਹੀ ਸੀ ਨਾ। 2 ਇਲੈਕਸ਼ਨਾਂ ਤੁਸੀਂ ਹਾਰ ਜਾਓ ਔਰ ਤੁਹਾਡੇ ਐਮਐਲਏ ਪਿਛਲੀ ਵਾਰ ਨਾਲੋਂ ਵੀ ਬਹੁਤ ਘੱਟ ਹੋਣ, ਇਹੀ ਧਰਮ ਸੰਕਟ ਰਾਹੁਲ ਗਾਂਧੀ ਤੇ ਹੈ। ਰਾਹੁਲ ਗਾਂਧੀ ਦੁਬਾਰਾ ਪ੍ਰੈਜ਼ੀਡੈਂਟ ਬਣਨਾ ਚਾਹੁੰਦਾ ਹੈ, ਜਾਣ ਕੇ ਪਹਿਲਾਂ ਨਹੀਂ ਬਣਿਆ ਕਿਉਂਕਿ ਉਹਨੂੰ ਪਤਾ ਸੀ ਪਤਾ ਨਹੀਂ ਜਿੱਤਦੇ ਆ ਕਿ ਹਾਰਦੇ ਆ ਇਲੈਕਸ਼ਨਾਂ। 2 ਵਾਰ ਤੁਸੀਂ ਹਾਰ ਜਾਓ ਤਾਂ ਤੁਹਾਨੂੰ ਪਾਸੇ ਹਟ ਜਾਣਾ ਚਾਹੀਦਾ ਹੈ। ਉਹ ਕਹਿੰਦਾ ਹੀ ਹੈ, ਆਇਨਸਟਾਈਨ ਨੇ ਕਿਹਾ ਕਿ ਜੇ ਉਹੀ ਗੱਲ ਤੁਸੀਂ ਦੁਹਰਾਈ ਜਾਓ ਔਰ ਉਮੀਦ ਕਰੋ ਕਿ ਉਹਦਾ ਨਤੀਜਾ ਕੋਈ ਫਰਕ ਹੋਊਗਾ, ਜਾਂ ਤਾਂ ਤੁਸੀਂ ਕਮਲੇ ਹੋ, ਕਿਉਂਕਿ ਉਹੀ ਫਾਰਮੂਲਾ ਵਰਤੀ ਜਾਓਗੇ 2 ਵਾਰ 3 ਵਾਰ, ਉਹਦਾ ਨਤੀਜਾ ਉਹੀ ਨਿਕਲਣਾ ਹੈ। ਇਹਨਾਂ ਨੂੰ ਕਮ ਸੇ ਕਮ ਰਿਜ਼ਾਈਨ ਤਾਂ ਕਰਨਾ ਚਾਹੀਦਾ ਸੀ ਨਾ। ਸੁਖਬੀਰ ਬਾਦਲ ਕਹਿਣ ਜੀ ਮੈਂ ਪਾਸੇ ਹਟ ਰਿਹਾ, ਪਾਰਟੀ ਨੂੰ ਖੁੱਲੀ ਛੁੱਟੀ ਦਿੰਦੇ ਆ, ਇਹਦੇ ਚੋਂ ਲੀਡਰ ਨਿਕਲ ਕੇ ਆਉਣ ਕੁਝ। ਕਮ ਸੇ ਕਮ ਰਾਹੁਲ ਗਾਂਧੀ ਬਾਹਰ ਤਾਂ ਬੈਠਾ, ਭਾਵੇਂ ਬਾਹਰੋਂ ਬਾਗਡੋਰ ਖਿੱਚ ਰਿਹਾ, ਇਹਨਾਂ ਨੇ ਤਾਂ ਉਹਨਾਂ ਵੀ ਨਹੀਂ ਕੀਤਾ। ਫੋਟੋਆਂ ਆ ਰਹੀਆਂ, ਕੱਲ ਪਰਸੋਂ ਉੱਥੇ ਸ਼ਾਦੀ ਤੇ ਬੈਠੇ, ਗੱਲਾਂ ਬਾਤਾਂ ਚੱਲ ਰਹੀਆਂ ਜਲੰਧਰ 'ਚ। ਤਾਂ ਥੋੜਾ ਜਿਹਾ ਤਾਂ ਪਛਤਾਛਾਪ ਹੋਣਾ ਚਾਹੀਦਾ ਨਾ ਕਿ ਤੁਸੀਂ ਜਿਹੜਾ ਕੀਤਾ ਹੈ, ਕਿਉਂ ਪਬਲਿਕ ਤੁਹਾਡੇ ਖਿਲਾਫ ਹੋਈ ਹੈ, ਕਿ ਕੀ ਕਾਰਨ ਸੀਗਾ। ਉਹ ਕਾਰਨ ਕਿਵੇਂ ਪਤਾ ਲੱਗੇਗਾ? ਤੁਹਾਡੇ ਬੈਠਿਆਂ ਥੋੜੀ। ਸੋ ਅਕਾਲੀ ਦਲ ਇੱਕ ਸੋਚ ਹੈ, ਇੱਕ ਇਤਿਹਾਸ ਹੈ, ਲੇਕਿਨ ਉਹਨੂੰ ਜੋੜਨਾ ਪੈਣਾ ਉਸ ਸੋਚ ਤੇ ਇਤਿਹਾਸ ਨਾਲ। ਨਹੀਂ, ਇਹ ਨਹੀਂ ਜਾਗ ਸਕਦੇ, ਨਹੀਂ ਤਾਂ ਫਿਰ ਉਹ ਜਗ੍ਹਾ ਖਾਲੀ ਪਈ ਹੈ। ਸਾਡੇ ਵਰਗੇ ਬੰਦੇ ਹੋਰ ਵੀ ਨੇ, ਆਣਗੇ ਉਸ ਜਗ੍ਹਾ ਦੇ ਵਿੱਚ। ਅੱਛਾ, ਦੂਜੀ ਗੱਲ ਆਉਂਦੀ ਹੈ ਐਸਜੀਪੀਸੀ ਦੀ। ਮੈਂ ਸਮਝਦਾ ਕਿ ਸਿੱਖਾਂ ਦੀ ਜਿਹੜੀ ਇੰਸਟੀਟਿਊਸ਼ਨਸ ਹੈ ਉਹਨਾਂ ਨਾਲ ਬਹੁਤ ਖਿਲਵਾੜ ਹੋ ਚੁੱਕਿਆ। ਦਿੱਲੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕੀ ਹੋਇਆ। ਸਰਸਾ ਨੇ ਬਾਹਰ ਨਿਕਲ ਕੇ ਪਿਛਲੇ ਹੱਥੋਂ ਦਿੱਲੀ ਦੇ ਜਿਹੜੇ ਹਿਸਟੋਰਿਕ ਗੁਰਦੁਆਰੇ ਉਹਨਾਂ ਤੇ ਕਾਬੂ ਪਾਇਆ ਹੋਇਆ। ਇਹਦੇ 'ਚ ਬੀਜੇਪੀ ਦਾ ਵੀ ਹੱਥ ਹੈ। ਉਹੀ ਕੋਸ਼ਿਸ਼ ਕਰਨਗੇ ਸਰਸਾ ਨੂੰ ਅੱਗੇ ਕਰਕੇ ਕਿ ਐਸਜੀਪੀਸੀ ਤੇ ਕਾਬੂ ਕਰੀਏ। ਢੀਂਡਸਾ ਸਾਹਿਬ ਨੂੰ ਨਾਲ ਰਲਾਉਣਗੇ। ਉਹਨਾਂ ਦੀ ਪਹਿਲਾਂ ਵੀ ਮੇਰੇ ਖਿਆਲ ਇਹੀ ਸੋਚ ਸੀ, ਲੇਕਿਨ ਇਹ ਚਾਹੀਦਾ ਕਿ ਇਨਫੈਕਟ ਆਹ ਮੌਕਾ ਹੈ ਜਦ ਐਸਜੀਪੀਸੀ ਨੂੰ ਇਸ ਤੋਂ ਛੁਟਕਾਰ ਦੇ ਦੇਣ ਚੰਗੇ ਬੰਦਰ। ਅਕਾਲੀ ਦਲ ਸਾਰਿਆਂ ਤੋਂ ਪਹਿਲਾਂ ਕਹੇ ਨਾ ਸਾਨੂੰ ਕੰਟਰੋਲ ਚਾਹੀਦਾ, ਨਾ ਕਿਸੇ ਹੋਰ ਪੋਲੀਟੀਕਲ ਪਾਰਟੀ ਨੂੰ। ਅਸੀਂ ਚਾਹੁੰਦੇ ਹਾਂ ਚੰਗੇ ਬੰਦੇ ਐਸਜੀਪੀਸੀ। ਜੇ ਐਸਜੀਪੀਸੀ ਨੂੰ ਰਿਫਾਰਮ ਕਰ ਲਈਏ, ਉਹਦਾ ਸਿਹਰਾ ਅਕਾਲੀ ਦਲ ਦੇ ਮੱਥੇ ਹੋ ਜਾਓ। ਕਹਿੰਦੇ ਜੀ ਅਸੀਂ ਦੁਰਪਯੋਗ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ, ਦੇਖੋ ਜੇ ਧਰਮ ਨਾਲ ਜੁੜਨਾ ਹੈ, ਧਰਮ ਦੀਆਂ ਸੰਸਥਾ ਨੂੰ ਜਿਨ੍ਹਾਂ ਨਾਲ ਖਲਵਾੜ ਕੀਤਾ ਹੈ, ਪਹਿਲਾਂ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰੋ। ਬਿਲਕੁਲ ਹਾਂ ਜੀ, ਤੁਸੀਂ ਠੀਕ ਕਹਿ ਰਹੇ ਹੋ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮੁੜ ਕੇ ਪ੍ਰਵਾਨਿਤ ਹੋਵੋ ਤਾਂ ਤੁਹਾਨੂੰ ਇੱਕ ਵਾਰੀ ਸਾਰਾ ਕੁਝ ਸੰਗਤ ਦੇ ਸਾਹਮਣੇ ਰੱਖਣਾ ਚਾਹੀਦਾ। ਇਹ ਨਾ ਹੋਵੇ ਕਿ ਸ਼੍ਰੋਮਣੀ ਕਮੇਟੀ ਮੈਂਬਰੀ ਇਸ ਕਰਕੇ ਲੜੀ ਜਾਵੇ ਕਿ ਅਗਲੀ ਵਾਰੀ ਅਸੀਂ ਐਮਐਲਏ ਬਣ ਜਾਾਂਗੇ। ਪੌੜੀ ਨਾ ਸਮਝੀ ਜਾਵੇ ਜਿੱਦਾਂ ਲੋਕ ਸਰਪੰਚੀ ਤੋਂ ਤੁਰਦੇ ਗਾਂਹ ਨੂੰ ਜਾਂਦੇ ਆ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨ ਵਾਲਿਆਂ ਦੀ ਨਜ਼ਰ ਵੀ ਹਮੇਸ਼ਾ ਮੈਂਬਰ ਬਣਨ ਵਾਲਿਆਂ ਦੀ ਨਜ਼ਰ ਅਗਲੀ ਵਾਰ ਐਮਐਲਏ ਦੀ ਇਲੈਕਸ਼ਨ ਲੜਨ ਵੱਲ ਹੁੰਦੀ ਹੈ। ਸੋ ਇਹਦੇ 'ਚ ਧਾਰਮਿਕ ਬਿਰਤੀ ਵਾਲੇ ਲੋਕ ਜੇ ਅੱਗੇ ਲਿਆਂਦੇ ਜਾਣ, ਇਹ ਸੋਚੇ ਬਿਨਾਂ ਕਿ ਸਾਡਾ ਕਬਜ਼ਾ ਰਹੂਗਾ, ਇਹ ਸੋਚ ਕੇ ਕਿ ਇਹ ਸਾਡੀ ਇੱਕ ਜ਼ਿੰਮੇਵਾਰੀ ਆ। ਅਕਾਲੀ ਦਲ ਜਦੋਂ ਹੋਂਦ 'ਚ ਆਉਂਦਾ ਹੈ ਸ਼੍ਰੋਮਣੀ ਕਮੇਟੀ ਦੇ ਗਠਨ ਤੋਂ ਬਾਅਦ, ਤੇ ਉਹਨੂੰ ਸਿਰਫ ਇਹੀ ਇੱਕ ਕੰਮ ਮਿਲਿਆ ਸੀਗਾ
ਗੁਰਦੁਆਰਿਆਂ ਦੀ ਰਾਖੀ ਲਈ ਇੱਕ ਸਿਸਟਰ ਕੰਸਰਨ, ਇੱਕ ਭਰਾਤਰੀ ਜਥੇਬੰਦੀ ਵਜੋਂ। ਲੇਕਿਨ ਹੁਣ ਬਦਲਦੇ ਉਹਦੇ ਤੇ ਅਸੀਂ ਆਪਣੀ ਇਜਾਰੇਦਾਰੀ ਕਾਇਮ ਕਰ ਲਈ ਹੈ। ਸਰਦਾਰ ਸਾਹਿਬ, ਆਖਰੀ ਗੱਲ ਜਾਂਦੇ ਜਾਂਦੇ, ਤੁਹਾਨੂੰ ਲੱਗਦਾ ਕਿ ਪੰਜਾਬ ਬੁਰੀਆਂ ਪਰਿਸਥਿਤੀਆਂ ਦੇ ਵਿੱਚੋਂ ਛੇਤੀ ਉੱਭਰ ਆਊਗਾ? ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪ੍ਰਵਾਸ ਦੇ ਮਾਮਲੇ ਆ, ਲੋਕ ਧੜਾ ਧੜ ਬੱਚਿਆਂ ਨੂੰ ਇੱਥੋਂ ਭੇਜ ਕੇ ਖੁਸ਼ ਨੇ, ਔਰ ਪ੍ਰਾਪਰਟੀ ਦੇ ਜਿਹੜੇ ਰੇਟ ਆ, ਜ਼ਮੀਨਾਂ ਖਾਸ ਤੌਰ ਤੇ ਵਹੀਯੋਗ, ਉਹਨਾਂ ਦੇ ਰੇਟ ਵੀ ਬੜੇ ਡਿੱਗੇ ਪਏ ਆ, ਔਰ ਕਾਫੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਟਿਕਾਣੇ ਸਿਰ ਨਹੀਂ। ਆਮ ਆਦਮੀ ਪਾਰਟੀ ਕੋਸ਼ਿਸ਼ ਤਾਂ ਕਰੂ, ਪਰ ਉਹਦਾ ਢੰਗ ਤਰੀਕਾ ਵੀ ਰਵਾਇਤੀ ਪਾਰਟੀਆਂ ਵਾਲਾ ਹੁਣ ਤੱਕ ਲੱਗਦਾ ਹੈ। ਆਸਵੰਦ ਕਿੰਨੇ ਹੋ, ਕੋਈ ਸੰਖੇਪ ਸ਼ਬਦਾਂ 'ਚ? ਦੇਖੋ, ਇੱਕ ਜਿਹੜਾ ਫਾਇਦਾ ਹੋ ਰਿਹਾ ਹੈ, ਯੂਕਰੇਨ 'ਚ ਜਿਹੜੀ ਲੜਾਈ ਚੱਲ ਰਹੀ ਹੈ ਤੇ ਰੂਸ ਜਿੱਥੇ ਉਲਝਿਆ ਹੋਇਆ ਹੈ, ਤਾਂ ਗੇਹੂੰ ਦੀ ਜਿਹੜੀ ਕੀਮਤ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਇੰਟਰਨੈਸ਼ਨਲ। ਹੁਣ ਇਹਦਾ ਫਾਇਦਾ ਸ਼ਾਹੂਕਾਰ ਜਿਨ੍ਹਾਂ ਨੇ ਸਾਈਲੋ ਬਣਾਇਆ ਉਹ ਨਾ ਉਠਾਉਣ। ਪੰਜਾਬ ਸਰਕਾਰ ਨੂੰ ਇਸ ਵੇਲੇ ਜਾਗ ਜਾਣਾ ਚਾਹੀਦਾ ਹੈ। ਤੁਸੀਂ MSP ਨਾ ਮੰਗੋ, ਤੁਸੀਂ ਕਿਸਾਨਾਂ ਤੋਂ ਚੱਕ ਕੇ ਤੁਸੀਂ ਕਹੋ ਸਾਨੂੰ ਐਕਸਪੋਰਟ ਕਰਨ ਦਿਓ, ਅਸੀਂ ਬਾਹਰ ਭੇਜਦੇ ਹਾਂ। ਤੁਸੀਂ ਕਹਿੰਦੇ ਤੁਸੀਂ ਨਹੀਂ ਲੈਣੀ ਸਾਡੀ ਕਣਕ, ਤਾਂ ਇਹ ਤਾਂ ਨਹੀਂ ਹੈ ਨਾ ਅਸੀਂ ਕਣਕ ਇੱਥੇ ਸਤਲੁਜ 'ਚ ਸਿੱਟ ਦਈਏ। ਇਸ ਵੇਲੇ ਗੱਲ ਕਰਨੀ ਚਾਹੀਦੀ ਹੈ। ਪੈਸੇ ਕਿਉਂ ਮੰਗਦੇ ਹੋ ਤੁਸੀਂ ਸੈਂਟਰ ਤੋਂ? ਤੁਸੀਂ ਉੱਥੇ ਸੋਚ ਲੈ ਕੇ ਜਾਓ। ਇਸ ਵੇਲੇ ਇਹ ਬਾਹਰ ਦੀਆਂ ਮਾਰਕੀਟਾਂ ਬੁੱਕ ਕਰਨ, ਉਹ ਕਹਿਣ ਜੀ ਇਸ ਵਾਰ ਜਿਹੜੀ ਮਈ 'ਚ ਸਾਡੇ ਕੋਲ ਕਣਕ ਆਉਣੀ ਹੈ, ਇਹ 'ਚੋਂ ਇੰਨੀ ਅਸੀਂ ਉਤਪਾਦਨ ਜਿਹੜਾ ਕੀਤਾ ਬਾਹਰ ਭੇਜਾਂਗੇ, ਕਿਸਾਨਾਂ ਦੀ 1.5 ਗੁਣੀ ਕਰਾਂਗੇ ਆਮਦਨ। ਕਰਨ ਸ਼ੁਰੂ। ਇਹਦੇ ਤਾਂ ਕੋਈ ਰਾਕਟ ਸਾਇੰਸ ਨਹੀਂ ਹੈ ਨਾ, ਇਹ ਤਾਂ ਕੋਈ ਰਾਕਟ ਨਹੀਂ ਬਣਾਉਣਾ ਚੰਦਰਮਾ ਤੇ ਜਾਣ ਨੂੰ। ਇਹ ਤਾਂ ਆਮ ਸੋਚ ਹੈ, ਪਰ ਇਹਦੇ ਬਾਰੇ ਕੋਈ ਤੁਹਾਨੂੰ ਸੋਚ ਨਜ਼ਰ ਆ ਰਹੀ ਹੈ ਕਿਧਰੇ? ਰੇਡ ਮਾਰਨ ਲੱਗੇ ਹੋਏ ਦਫ਼ਤਰਾਂ 'ਚ। ਤਾਂ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਸਮਝਣਾ ਚਾਹੀਦਾ ਹੈ, ਲੋਕਾਂ ਨੇ ਝਾੜੂ ਉਹਨਾਂ ਦਾ ਅਖਤਿਆਰ ਕਰਕੇ ਉਹਨਾਂ ਦੇ ਹੱਥ 'ਚ ਫੜਾਤਾ। ਹੁਣ ਜਾਂ ਤਾਂ ਉਹਨੂੰ ਐਵੇਂ ਮੋਢੇ ਤੇ ਲੱਦ ਕੇ ਇੱਧਰ ਉੱਧਰ ਕਰੀ ਜਾਣ ਕੂੜਾ ਇਕੱਠਾ, ਜਾਂ ਫਿਰ ਉਹ ਝਾੜੂ ਮਾਰ ਕੇ ਸਫਾਈ ਚੰਗੀ ਤਰ੍ਹਾਂ ਕਰਨ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਭਗਵੰਤ ਮਾਨ ਦੇ ਇੱਕ ਦੋ ਚੀਜ਼ਾਂ ਤਾਂ ਹੈ, ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆਪਣੀ ਪਾਰਟੀ ਨੂੰ ਕਿ ਐਵੇਂ ਰੇਡ ਨਾ ਮਾਰੋ, ਆਪਣੇ ਹੱਥ ਤੁਸੀਂ ਕਾਨੂੰਨ ਨਾ ਲਓ। ਲੇਕਿਨ ਗੱਲ ਕੱਲੀ ਇੰਨੀ ਕਹਿਣ ਨਾਲ ਨਹੀਂ ਹੋਣਾ, ਕਿਉਂਕਿ ਉਹ ਬਹੁਤ ਵੱਡਾ ਧੜਾ ਬਣ ਕੇ ਆ ਗਏ ਨੇ। 92 ਬੰਦਿਆਂ ਦੀ ਫੌਜ ਹੈ, ਉਹਨੂੰ ਤੁਸੀਂ ਕਿਵੇਂ ਬਿਜ਼ੀ ਰੱਖੋਗੇ, ਕਿੱਥੇ ਲਾਓਗੇ, ਕਿਸ ਕੰਮ ਲਾਓਗੇ? ਜੇ ਦੁਬਾਰਾ ਤੋਂ ਇਹਨਾਂ ਨੇ ਉਹ ਕੰਮ ਅਕਾਲੀ ਦਲ ਵਾਲਾ ਸ਼ੁਰੂ ਕਰ ਲਿਆ, ਹਲਕਾ ਇੰਚਾਰਜ, ਇਹਨਾਂ ਦਾ ਸਤਿਆਨਾਸ਼ ਬਹੁਤ ਜਲਦੀ ਹੋ ਜਾਣਾ ਫਿਰ। ਕਿਉਂਕਿ ਫਿਰ ਜਿਹੜੀ ਉਹੀ ਕਰਪਸ਼ਨ ਹਲਕਾ ਇੰਚਾਰਜ ਦੀ ਹੈ, ਜਿਹੜੀ ਇੱਕ ਥਾਣੇਦਾਰ ਹਲਕਾ ਇੰਚਾਰਜ ਕੋਲ ਜਾਂਦਾ ਸੀ ਜਾਂ SDM, ਉਹੀ ਕੰਮ ਦੁਬਾਰਾ ਅਕਾਲੀ ਦਲ ਦਾ ਹੋ ਜਾਣਾ ਹੈ। ਇਹਨਾਂ ਦਾ ਅੰਤ ਵੀ ਫਿਰ ਅਕਾਲੀ ਦਲ ਵਾਲਾ ਹੋਏਗਾ। ਇਹਨਾਂ ਨੂੰ ਤੈਅ ਕਰਨਾ ਪੈਣਾ ਹੈ ਫੌਜ ਨੂੰ ਕਿਵੇਂ ਵਰਤਣਾ ਹੈ। ਜੀ, ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਕਾਫੀ ਮਾਮਲਿਆਂ ਤੇ ਤੁਸੀਂ ਮਨ ਖੋਲਿਆ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।